ਹੈਲੋ एवरीवन। ਸੋ ਆਪਾਂ ਪਿਛਲੇ ਲੈਕਚਰ ਵਿੱਚ ਕੀ ਕੀਤਾ ਸੀਗਾ ਵੀ ਬਾਇਓਜੀਓਕੈਮੀਕਲ ਸਾਈਕਲਸ ਹੁੰਦੀਆਂ ਕੀ ਆ। ਨਾਈਟ੍ਰੋਜਨ ਸਾਈਕਲ ਉਹ 'ਚ ਆਪਾਂ ਸਟਾਰਟ ਕੀਤੀ ਸੀਗੀ, ਠੀਕ ਆ। ਅਤੇ ਉਹ 'ਚ ਆਪਾਂ ਕੀਤੀ ਸੀ ਨਾਈਟ੍ਰੋਜਨ ਸਾਈਕਲ 'ਚ ਆਪਾਂ ਕੀ ਕਰਦੇ ਹਾਂ, ਨਾਈਟ੍ਰੋਜਨ ਨੂੰ ਆਪਾਂ ਬਾਕੀਆਂ 'ਚ ਕਨਵਰਟ ਕਰਦੇ ਹਾਂ। ਕਿਉਂ ਕਨਵਰਟ ਕਰਦੇ ਹਾਂ ਮੈਂ ਦੱਸਿਆ ਸੀ ਵੀ ਨੋਨ ਰਿਐਕਟਿਵ ਹੁੰਦੀ ਆ, ਡਾਇਰੈਕਟਲੀ ਯੂਜ਼ ਨਹੀਂ ਕਰ ਸਕਦੇ ਪਲਾਂਟਸ ਉਹਨਾਂ ਨੂੰ, ਠੀਕ ਆ। ਬਾਕੀ ਫੋਰਮਸ 'ਚ ਚੇਂਜ ਕਰਦੇ ਆ, ਨਾਈਟ੍ਰੇਟ 'ਚ ਚੇਂਜ ਕਰਦੇ ਆ, ਅਮੋਨੀਆ 'ਚ ਚੇਂਜ ਕਰਦੇ ਆ। ਉਹਦੇ ਟਰਾਂਸਫੋਰਮੇਸ਼ਨ 'ਚ 4 ਸਟੈਪ ਸੀਗੇ। ਪਹਿਲਾਂ ਨਾਈਟ੍ਰੋਜਨ ਫਿਕਸੇਸ਼ਨ, ਨਾਈਟ੍ਰੀਫਿਕੇਸ਼ਨ, ਡੀਨਾਈਟ੍ਰੀਫਿਕੇਸ਼ਨ, ਐਮੋਨੀਫਿਕੇਸ਼ਨ। ਆਪਾਂ ਨਾਈਟ੍ਰੋਜਨ ਫਿਕਸੇਸ਼ਨ ਸਟਾਰਟ ਕੀਤਾ ਸੀ। ਮੈਂ ਦੱਸਿਆ ਸੀ ਨਾਈਟ੍ਰੋਜਨ ਫਿਕਸੇਸ਼ਨ ਹੁੰਦੀ ਕੀ ਆ, ਵੀ ਨਾਈਟ੍ਰੋਜਨ ਨੂੰ ਕਨਵਰਟ ਕਰਨਾ ਅਮੋਨੀਆ ਦੇ ਵਿੱਚ, ਠੀਕ ਆ। ਹੁਣ ਉਹਦੀਆਂ ਅੱਗੇ 3 ਟਾਈਪਸ ਦੱਸੀਆਂ ਸੀ ਤੁਹਾਨੂੰ ਮੈਂ ਵੀ। ਇੱਕ ਹੁੰਦੀ ਹੈ ਐਟਮੋਸਫੇਰਿਕ ਫਿਕਸੇਸ਼ਨ, ਦੂਜੀ ਇੰਡਸਟਰੀਅਲ ਫਿਕਸੇਸ਼ਨ, ਅਤੇ ਥਰਡ ਕਿਹੜੀ ਆ, ਬਾਇਓਲੋਜੀਕਲ ਫਿਕਸੇਸ਼ਨ। ਆਪਾਂ 2 ਡਿਸਕਸ ਕਰ ਲਈਆਂ ਸੀ ਪਿਛਲੇ 'ਚ, ਐਟਮੋਸਫੇਰਿਕ ਫਿਕਸੇਸ਼ਨ ਅਤੇ ਇੰਡਸਟਰੀਅਲ ਫਿਕਸੇਸ਼ਨ। ਹੁਣ ਥਰਡ ਜਿਹੜੀ ਹੈਗੀ ਆ ਉਹ ਹੈਗੀ ਆ ਬਾਇਓਲੋਜੀਕਲ ਫਿਕਸੇਸ਼ਨ, ਠੀਕ ਆ। ਬਾਇਓਲੋਜੀਕਲ ਫਿਕਸੇਸ਼ਨ ਕੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ, ਕਿਉਂਕਿ ਇਹਦਾ ਕੋਈ ਨੈਗੇਟਿਵ ਇੰਪੈਕਟ ਹੈ ਨਹੀਂ ਐਟਮੋਸਫੇਅਰ 'ਤੇ, ਠੀਕ ਆ। ਇਸ ਕਰਕੇ ਸਭ ਤੋਂ ਜ਼ਿਆਦਾ ਬੈਨੀਫੀਸ਼ੀਅਲ ਆ। ਜਿਵੇਂ ਕਿ ਨੈਚੁਰਲ ਪ੍ਰੋਸੈਸ ਜਿਹੜੀ ਐਟਮੋਸਫੇਰਿਕ ਫਿਕਸੇਸ਼ਨ ਸੀਗੀ, ਉਹ 'ਚ ਐਨਰਜੀ ਬਹੁਤ ਜ਼ਿਆਦਾ ਚਾਹੀਦੀ ਹੁੰਦੀ ਸੀ, ਫਿਰ ਵੀ ਥੋੜ੍ਹੀ ਅਮਾਊਂਟ ਹੀ ਮਿਲਦੀ ਸੀਗੀ। ਜਿਹੜੀ ਹੈਬਰ ਬੈਸਕ ਪ੍ਰੋਸੈਸ ਸੀਗੀ, ਜਾਣੀ ਕਿ ਇੰਡਸਟਰੀਅਲ ਫਿਕਸੇਸ਼ਨ ਸੀਗੀ, ਉਹਦੇ ਵਿੱਚ ਹਾਈ ਟੈਂਪਰੇਚਰ, ਪ੍ਰੈਸ਼ਰ ਵਗੈਰਾ ਦੀ ਕੰਡੀਸ਼ਨਸ ਹੁੰਦੀਆਂ ਸੀਗੀਆਂ। ਅਤੇ ਸਭ ਤੋਂ ਵੱਡਾ ਉਹਦਾ ਡਿਸਐਡਵਾਂਟੇਜ ਕੀ ਸੀਗਾ ਕਿ ਉਹ ਪੋਲਿਊਸ਼ਨ ਬਹੁਤ ਕਰਦੀ ਸੀ, ਗਰਾਊਂਡ ਵਾਟਰ ਦਾ, ਸਰਫੇਸ ਵਾਟਰ ਦਾ, ਅਤੇ ਐਟਮੋਸਫੇਰਿਕ ਪੋਲਿਊਸ਼ਨ ਕਰਦੀ ਸੀ, ਠੀਕ ਆ। ਹੁਣ ਜਿਹੜੀ ਆਪਾਂ ਬਾਇਓਲੋਜੀਕਲ ਫਿਕਸੇਸ਼ਨ ਕਰਨ ਲੱਗੇ ਹਾਂ, ਇਹਦੇ ਵਿੱਚ ਕੀ ਆ, ਹੁਣ ਮੈਂ ਕੀ ਦੱਸਿਆ ਸੀ ਨਾਈਟ੍ਰੋਜਨ ਫਿਕਸੇਸ਼ਨ ਕੀ ਹੁੰਦੀ ਆ, ਪ੍ਰੋਸੈਸ ਆਫ ਕਨਵਰਜ਼ਨ ਆਫ ਨਾਈਟ੍ਰੋਜਨ ਇਨਟੂ ਯੂਜ਼ੇਬਲ ਅਮੋਨੀਆ। ਹੁਣ ਕੀ ਆ ਬਾਇਓਲੋਜੀਕਲ, ਬਾਇਓ ਮਤਲਬ ਲੀਵਿੰਗ, ਠੀਕ ਆ। ਬਾਇਓ ਮਤਲਬ ਲੀਵਿੰਗ। ਹੁਣ ਲੀਵਿੰਗ ਬੋਡੀ ਹੋ ਗਿਆ ਕਿ ਲੀਵਿੰਗ ਔਰਗੈਨਿਜ਼ਮਸ ਦੀ ਹੈਲਪ ਨਾਲ। ਸੋ ਇਹ ਕੀ ਹੋ ਗਈ ਬਾਇਓਲੋਜੀਕਲ ਫਿਕਸੇਸ਼ਨ, ਕਿ ਪ੍ਰੋਸੈਸ ਆਫ ਕਨਵਰਜ਼ਨ ਆਫ ਨਾਈਟ੍ਰੋਜਨ ਇਨਟੂ ਯੂਜ਼ੇਬਲ ਅਮੋਨੀਆ ਬਾਏ ਲੀਵਿੰਗ ਔਰਗੈਨਿਜ਼ਮ, ਠੀਕ ਆ। ਹੁਣ ਇਹਦੇ 'ਚ ਕੀ ਕੁਛ ਹੁੰਦਾ, ਲਿਵਿੰਗ ਔਰਗੈਨਿਜ਼ਮਸ ਜਿਵੇਂ ਕਿ ਕੁਛ ਮਾਈਕਰੋਬਸ ਵਗੈਰਾ ਇਨਵੋਲਵ ਹੋਣਗੇ, ਜਿਹਨੂੰ ਆਪਾਂ ਡਿਟੇਲ 'ਚ ਕਰਨਾ ਅੱਗੇ। ਸੋ ਇਹਦੇ ਵਿੱਚ ਵੀ ਕੀ ਆ, ਲੋਟ ਆਫ ਐਨਰਜੀ ਚਾਹੀਦੀ ਹੁੰਦੀ ਆ। ਹੋਰ ਕੀ ਹੁੰਦਾ ਇਹ 'ਚ, ਇੱਕ ਐਨਜ਼ਾਈਮ ਹੁੰਦਾ ਜਿਹਨੂੰ ਆਪਾਂ ਡਿਟੇਲ 'ਚ ਕਰਨਾ, ਉਹਦਾ ਮਕੈਨਿਜ਼ਮ ਵੀ ਕਰਨਾ ਹੈਗਾ, ਉਹ ਹੈਗਾ ਨਾਈਟ੍ਰੋਜੀਨੇਸ, ਜਾਂ ਫਿਰ ਇਹਨੂੰ ਨਾਈਟ੍ਰੋਜਨ ਰਿਡਕਟੇਜ਼ ਵੀ ਕਹਿ ਦਿੰਦੇ ਆ, ਠੀਕ ਆ। ਇਹਨੂੰ ਵੀ ਆਪਾਂ ਡਿਟੇਲ 'ਚ ਕਰਨਾ, ਇਹ ਸਿਰਫ ਤੁਹਾਨੂੰ ਹਜੇ ਬੇਸਿਕ ਦੱਸ ਰਿਹਾ। ਸੋ ਹੁਣ ਜਿਹੜੇ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਮਾਈਕਰੋ ਔਰਗੈਨਿਜ਼ਮਸ, ਕੁਛ ਲਿਵਿੰਗ ਔਰਗੈਨਿਜ਼ਮਸ ਇਨਵੋਲਵ ਹੁੰਦੇ ਆ। ਹੁਣ ਉਹ ਔਰਗੈਨਿਜ਼ਮਸ ਕਿਹੜੇ ਆ, ਉਹ ਔਰਗੈਨਿਜ਼ਮਸ ਨੂੰ ਆਪਾਂ ਕਹਿ ਦਿੰਦੇ ਹਾਂ ਨਾਈਟ੍ਰੋਜਨ ਫਿਕਸਿੰਗ ਮਾਈਕਰੋਬਸ। ਨਾਈਟ੍ਰੋਜਨ ਫਿਕਸਿੰਗ ਮਾਈਕਰੋਬਸ। ਮੈਂ ਆਹ ਇੱਥੇ ਥੋੜ੍ਹਾ ਲਿਖਣ 'ਚ ਪਰਹੇਜ਼ ਜਿਹਾ ਕਰ ਰਿਹਾ, ਕਿਉਂਕਿ ਇੱਥੇ ਵਾਈਟ ਬੋਰਡ 'ਤੇ ਥੋੜ੍ਹਾ ਜਿਹਾ ਬਹੁਤ ਕਲੀਅਰਲੀ ਨਹੀਂ ਲਿਖਿਆ ਜਾ ਰਿਹਾ ਹੈਗਾ। ਸੋ ਥੋੜ੍ਹਾ ਜਿਹਾ ਮੈਂ ਆਪਣੀ ਜਿਹੜੀ PDF ਬਣਾਈ ਵੀ ਆਪਣੇ ਨੋਟਸ ਦੀ, ਉਹਦੇ ਵੱਲ ਉਹ ਤੋਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ, ਠੀਕ ਹੈ। ਸੋ ਇਹ ਨਾਈਟ੍ਰੋਜਨ ਫਿਕਸਿੰਗ ਮਾਈਕਰੋਬਸ ਹੈਗੇ ਆ, ਉਹ ਅੱਗੇ ਹੈਗੇ ਆ 2 ਟਾਈਪਸ ਦੇ। ਇੱਕ ਤਾਂ ਹੈਗੇ ਫ੍ਰੀ ਲਿਵਿੰਗ, ਦੂਜੇ ਹੈਗੇ ਆ ਸਿੰਬਾਇਓਟਿਕ, ਠੀਕ ਆ। ਇੱਕ ਹੈਗੇ ਆ ਨਾਈਟ੍ਰੋਜਨ ਫਿਕਸਿੰਗ ਮਾਈਕਰੋਬਸ ਦੀ ਆਪਾਂ ਗੱਲ ਕਰ ਰਹੇ ਹਾਂ, ਇੱਕ ਹੈਗੇ ਆ ਫ੍ਰੀ ਲਿਵਿੰਗ, ਦੂਜੇ ਹੈਗੇ ਆ ਸਿੰਬਾਇਓਟਿਕ, ਠੀਕ ਆ। ਹੁਣ ਇਹ ਨਾਈਟ੍ਰੋਜਨ ਫ੍ਰੀ ਲਿਵਿੰਗ ਤੋਂ ਕੀ ਮਤਲਬ ਹੈਗਾ ਕਿ ਜਿਹੜੇ ਮਤਲਬ ਕਿ ਕਿਸੇ 'ਤੇ ਡਿਪੈਂਡੈਂਟ ਨਹੀਂ ਹੈਗੇ, ਠੀਕ ਆ। ਲਿਵਿੰਗ ਇੰਡੀਪੈਂਡੈਂਟਲੀ ਆਫ ਅਦਰ ਔਰਗੈਨਿਜ਼ਮਸ, ਠੀਕ ਆ, ਕਿਸੇ 'ਤੇ ਡਿਪੈਂਡੈਂਟ ਨਹੀਂ ਹੈਗੇ। ਅਤੇ ਜਿਹੜੇ ਸਿੰਬਾਇਓਟਿਕ ਹੈਗੇ, ਸਿੰਬਾਇਓਟਿਕ ਵਿੱਚ ਮਤਲਬ ਕੀ ਹੁੰਦਾ, ਸਿੰਬਾਇਓਟਿਕ ਤੋਂ ਕੀ ਸਮਝਦੇ ਆਪਾਂ ਜੂਨੀਅਰ ਕਲਾਸਿਸ ਤੋਂ ਕਰਦੇ ਆ ਰਹੇ ਵੀ ਸਿੰਬਾਇਓਸਿਸ ਕੀ ਹੁੰਦੀ ਆ। ਉਹ ਕੀ ਆ, ਇੱਕ ਰਿਲੇਸ਼ਨਸ਼ਿਪ ਆ ਜਿਹਦੇ ਵਿੱਚ ਦੋਵੇਂ ਇੱਕ ਦੂਜੇ ਤੋਂ ਮਿਊਚੁਅਲੀ ਬੈਨੀਫਿਟ ਆ। ਹੁਣ ਆਪਾਂ ਇਕੋਲੋਜੀ ਵਾਲੀ ਪੇਪਰ ਦੇ ਵਿੱਚ ਆਪਾਂ ਕਰ ਹੀ ਲਿਆ ਹੈਗਾ ਕੀ ਹੁੰਦੀ ਹੈ ਮਿਊਚੁਅਲਿਜ਼ਮ, ਕੀ ਹੁੰਦੀ ਹੈ ਮਿਊਚੁਅਲਿਜ਼ਮ ਦੇ ਵਿੱਚ ਆਪਾਂ ਕੁਛ ਟੋਪਿਕ ਕੀਤੇ। ਮੈਮ ਨੇ ਦੱਸਿਆ ਵੀ ਸੀ ਰਾਈਜ਼ੋਬੀਅਮ ਨਾਮ ਦਾ ਐਗਜ਼ਾਮਪਲ ਦੀ ਆਪਾਂ ਦਿੱਤੀ ਸੀ। ਇਹ 'ਚ ਆਪਾਂ ਮੈਮ ਨੇ ਨੋਡੂਲ ਫੋਰਮੇਸ਼ਨ ਦਾ ਵੀ ਦੱਸਿਆ ਸੀ, ਉਹ ਵੀ ਆਪਾਂ ਅੱਗੇ ਡਿਟੇਲ 'ਚ ਕਰਨਾ। ਮੈਮ ਨੇ ਵੀ ਦੱਸਿਆ ਹੈਗਾ, ਮੇਰਾ ਵੀ ਸੈਮੀਨਾਰ 'ਚ ਟੋਪਿਕ ਹੈਗਾ, ਉਹ ਵੀ ਮੈਂ ਦੱਸੂੰਗਾ, ਠੀਕ ਆ। ਸੋ ਪਹਿਲਾਂ ਆਪਾਂ ਆ ਜਾਂਦੇ ਹਾਂ ਫ੍ਰੀ ਲਿਵਿੰਗ 'ਤੇ। ਫ੍ਰੀ ਲਿਵਿੰਗ ਦਾ ਮਤਲਬ ਕੀ ਹੈ, ਜਿਹੜੇ ਕਿਸੇ ਦੇ ਡਿਪੈਂਡੈਂਟ ਨਹੀਂ ਹੈਗੇ, ਠੀਕ ਹੈ। ਲਿਵਿੰਗ ਇੰਡੀਪੈਂਡੈਂਟਲੀ ਆਫ ਅਦਰ ਔਰਗੈਨਿਜ਼ਮਸ। ਇਹ 'ਚ ਐਗਜ਼ਾਮਪਲ ਪਹਿਲੀ ਆ ਜਾਂਦੀ ਹੈ ਐਜ਼ੋਟੋਬੈਕਟਰ ਦੀ, ਠੀਕ ਆ। ਐਜ਼ੋਟੋਬੈਕਟਰ ਕੀ ਆ, ਜਿਹੜਾ ਇੱਕ ਐਰੋਬਿਕ ਬੈਕਟੀਰੀਆ, ਠੀਕ ਆ। ਦੂਜਾ ਐਰੋਬਿਕ ਦਾ ਮਤਲਬ ਕੀ ਹੁੰਦਾ, ਜਿਹੜਾ ਕਿ ਸਰਵਾਈਵ ਕਰਦਾ, ਐਗਜ਼ਿਸਟ ਕਰਦਾ ਇਨ ਪ੍ਰੈਜ਼ੈਂਸ ਆਫ ਆਕਸੀਜਨ। ਸੈਕਿੰਡ ਆ ਗਿਆ ਆਪਣੇ ਕੋਲ ਰੋਡੋਸਪਿਰਿਲੀਅਮ। ਰੋਡੋਸਪਿਰਿਲੀਅਮ ਕੀ
ਇਹ ਐਬਸੈਂਸ ਆਫ ਆਕਸੀਜਨ 'ਚ ਵਰਕ ਕਰਦਾ। ਥਰਡ ਆ ਗਿਆ ਆਪਣੇ ਕੋਲ ਐਨਾਬੀਨਾ ਅਤੇ ਨੋਸਟੋਕ। ਇਹ ਦੋਨੋਂ ਅਲੱਗ-ਅਲੱਗ ਆ, ਠੀਕ ਹੈ, ਵਿੱਚ ਕੋਮਾ ਪੈਣਾ। ਐਨਾਬੀਨਾ ਅਤੇ ਨੋਸਟੋਕ ਇਹ ਕੀ ਹੈ, ਐਰੋਬਿਕ ਸਾਈਨੋਬੈਕਟੀਰੀਆ। ਸਾਈਨੋਬੈਕਟੀਰੀਆ ਕੀ ਹੁੰਦਾ, ਇੱਕ ਬਲੂ ਗ੍ਰੀਨ ਐਲਗਾ ਦਾ ਹੀ ਦੂਜਾ ਨਾਮ ਹੈ ਸਾਈਨੋਬੈਕਟੀਰੀਆ। ਹੁਣ ਜਿਹੜੇ ਐਨਾਬੀਨਾ ਹੈਗੇ ਅਤੇ ਨੋਸਟੋਕ ਆ, ਇਹ ਜਨਰਲੀ ਤਾਂ ਵੈਸੇ ਐਰੋਬਿਕ ਵਰਕ ਕਰਦੇ, ਐਨਐਰੋਬਿਕਲੀ ਵੀ, ਠੀਕ ਆ। ਇਹ ਕੁਛ ਹੈਗੇ ਜਿਹੜੇ ਕਿ ਹੈਲਪ ਕਰਦੇ ਆ ਇਨ ਦਾ ਬਾਇਓਲੋਜੀਕਲ ਨਾਈਟ੍ਰੋਜਨ ਫਿਕਸੇਸ਼ਨ, ਠੀਕ ਆ। ਸੈਕਿੰਡ ਆ ਗਿਆ ਆਪਣੇ ਕੋਲ ਸਿੰਬਾਇਓਟਿਕ ਨਾਈਟ੍ਰੋਜਨ ਫਿਕਸਿੰਗ ਮਾਈਕਰੋਬਸ। ਸਿੰਬਾਇਓਟਿਕ ਮਤਲਬ ਜਿਹੜੇ ਕਿਸੇ ਦੂਜੇ 'ਤੇ ਡਿਪੈਂਡੈਂਟ ਹੋਣ ਆਪਣੇ ਸਰਵਾਈਵਲ ਦੇ ਲਈ, ਠੀਕ ਹੈ, ਕੁਛ ਨਾ ਕੁਛ ਡਿਪੈਂਡੈਂਟ ਹੋਣ, ਇਹਨਾਂ ਤੋਂ ਵੀ ਕੁਛ ਡਿਪੈਂਡੈਂਟ ਹੋਣ। ਜਿਵੇਂ ਕਿ ਆਪਾਂ ਰਾਈਜ਼ੋਬੀਅਮ ਹੁਣ ਆਪਾਂ ਕਰਨ ਹੀ ਲੱਗੇ ਹਾਂ। ਰਾਈਜ਼ੋਬੀਅਮ ਕੀ ਹੈ, ਇਹ ਲੈਗਿਊਮੀਨਸ ਪਲਾਂਟਸ ਦੀ ਰੂਟਸ ਦੇ ਵਿੱਚ ਪ੍ਰੈਜੈਂਟ ਹੁੰਦਾ। ਇੱਕ ਰਾਈਜ਼ੋਬੀਅਮ ਵੀ ਹੈਗਾ, ਇੱਕ ਹੋਰ ਹੈਗਾ ਫਰੈਂਕੀਆ, ਠੀਕ ਆ। ਫਰੈਂਕੀਆ ਇਹ ਰਾਈਜ਼ੋਬੀਅਮ। ਜਿਹੜਾ ਰਾਈਜ਼ੋਬੀਅਮ ਇਹਦੀ ਮੇਨ ਗੱਲ ਇਹ ਆ ਵੀ ਜਨਰਲੀ ਤਾਂ ਇਹ ਹੈਗਾ ਐਰੋਬਿਕ, ਪਰ ਜਦੋਂ ਇਹ ਸਿੰਬਾਇਓਸਿਸ ਦੇ ਵਿੱਚ ਹੁੰਦਾ ਰੂਟਸ ਆਫ ਲੈਗਿਊਮੀਨਸ ਪਲਾਂਟਸ ਦੀ ਰੂਟਸ ਦੇ ਨਾਲ, ਜਦੋਂ ਸਿੰਬਾਇਓਸਿਸ ਫॉर ਦਾ ਪਰਪਸ ਆਫ ਨਾਈਟ੍ਰੋਜਨ ਫਿਕਸੇਸ਼ਨ, ਉਦੋਂ ਇਹ ਟਰਨ ਹੋ ਜਾਂਦਾ ਐਨਐਰੋਬਿਕ, ਠੀਕ ਆ। ਉਦੋਂ ਇਹਨੂੰ ਆਕਸੀਜਨ ਦੀ ਲੋੜ ਨਹੀਂ ਹੁੰਦੀ ਗੀ। ਜਨਰਲੀ ਜੇ ਇਹਨੇ ਸਰਵਾਈਵ ਕਰਨਾ ਤਾਂ ਇਹਨੂੰ ਆਕਸੀਜਨ ਦੀ ਲੋੜ ਹੈਗੀ ਆ, ਜਾਣੀ ਕਿ ਐਰੋਬਿਕ ਮਾਈਕਰੋਬ ਆ। ਅਤੇ ਪਰ ਜਦੋਂ ਇਹ ਸਿੰਬਾਇਓਟਿਕ ਵਿੱਚ ਹੈਗਾ ਰੂਟਸ ਆਫ ਲੈਗਿਊਮੀਨਸ ਪਲਾਂਟਸ ਦੀ, ਉਦੋਂ ਇਹ ਟਰਨ ਹੋ ਜਾਂਦਾ ਐਨਐਰੋਬਿਕ, ਠੀਕ ਹੈ, ਜਾਣੀ ਕਿ ਉਦੋਂ ਉਹਨੂੰ ਆਕਸੀਜਨ ਦੀ ਲੋੜ ਨਹੀਂ ਹੁੰਦੀ ਗੀ। ਹੁਣ ਜੇ ਆਪਾਂ ਕਿਸੇ ਨੂੰ ਨਹੀਂ ਪਤਾ ਵੀ ਸਿੰਬਾਇਓਟਿਕ ਹੁੰਦੀ ਕੀ ਹੈ ਅਤੇ ਸਿੰਬਾਇਓਸਿਸ ਹੁੰਦੀ ਕੀ ਹੈ, ਜਿਹੜੀ ਆ ਹੈਗੀ ਇਸ ਜਗ੍ਹਾ 'ਤੇ, ਪਰਟੀਕੂਲਰਲੀ ਇਸ ਜਗ੍ਹਾ 'ਤੇ, ਇਹ ਕੀ ਐਸੋਸੀਏਸ਼ਨ ਬਿਟਵੀਨ ਰਾਈਜ਼ੋਬੀਅਮ ਬੈਕਟੀਰੀਆ ਐਂਡ ਰੂਟਸ ਆਫ ਲੈਗਿਊਮੀਨਸ ਪਲਾਂਟਸ। ਰੂਟਸ ਆਫ ਲੈਗਿਊਮੀਨਸ ਪਲਾਂਟਸ ਦੀ ਜਿਹੜੀ ਰੂਟਸ ਹੈਗੀਆਂ ਅਤੇ ਰਾਈਜ਼ੋਬੀਅਮ ਬੈਕਟੀਰੀਆ ਜਿਹੜੀ ਐਸੋਸੀਏਸ਼ਨ ਆ, ਜਿਹੜੀ ਮਿਊਚੁਅਲਿਜ਼ਮ ਹੈ ਇੱਕ ਤਰ੍ਹਾਂ ਦੀ, ਜਿਹੜੇ ਇੱਕ ਦੂਜੇ ਨੂੰ ਹੈਲਪ ਕਰਦੇ ਆ। ਮਿਊਚੁਅਲਿਜ਼ਮ ਕੀ ਹੁੰਦਾ ਵੀ ਜਿਹਦੇ 'ਚ ਦੋਨਾਂ ਨੂੰ ਫਾਇਦਾ ਹੋ ਰਿਹਾ ਹੋਵੇ, ਠੀਕ ਹੈ, ਦੋਨਾਂ 'ਤੇ ਪਲੱਸ ਸਾਈਨ ਆ, ਦੋਨਾਂ 'ਤੇ ਪੋਜ਼ੀਟਿਵ ਇੰਪੈਕਟ ਪੈ ਰਿਹਾ। ਮਤਲਬ ਰਾਈਜ਼ੋਬੀਅਮ ਨੂੰ ਵੀ ਕੁਛ ਮਿਲ ਰਿਹਾ ਅਤੇ ਜਿਹੜੇ ਲੈਗਿਊਮੀਨਸ ਪਲਾਂਟਸ ਦੇ ਰੂਟਸ ਲੈਗਿਊਮੀਨਸ ਪਲਾਂਟਸ ਹੈਗੇ ਆ ਉਹਨਾਂ ਨੂੰ ਵੀ ਮਿਲ ਰਿਹਾ। ਇੱਥੋਂ ਹੁਣ ਆਪਾਂ ਨੂੰ ਪਤਾ ਲੱਗ ਰਿਹਾ ਰਾਈਜ਼ੋਬੀਅਮ ਨੂੰ ਮੈਂ ਦੱਸੂਗਾ ਕੀ ਮਿਲਦਾ, ਪਰ ਲੈਗਿਊਮੀਨਸ ਪਲਾਂਟਸ ਨੂੰ ਤਾਂ ਓਬਵੀਅਸਲੀ ਆਪਾਂ ਕੰਮ ਹੀ ਇਹ ਕਰ ਰਿਹਾ ਵੀ ਨਾਈਟ੍ਰੋਜਨ ਫਿਕਸ ਕਰ ਰਿਹਾ, ਉਹਦੇ ਲਈ ਉਹਨੂੰ ਨਾਈਟ੍ਰੋਜਨ ਦੇ ਰਿਹਾ। ਨਾਈਟ੍ਰੋਜਨ ਕਿਉਂਕਿ ਜ਼ਰੂਰਤ ਹੈਗੀ ਆ, ਇਹ ਆਪਾਂ ਹਾਈਡਰੋਪੋਨਿਕਸ ਪੜ੍ਹਾਂਗੇ, ਪਰ ਮੈਂ ਤੁਹਾਨੂੰ ਦੱਸ ਦੇਣਾ ਵੀ ਗਰੋਥ ਲਈ ਜ਼ਰੂਰੀ ਹੁੰਦਾ, ਠੀਕ ਆ। ਹੋਰ ਇਸ 'ਚ ਆਪਾਂ ਪੜ੍ਹਦੇ ਹਾਂ ਇੱਕ ਇਹ ਮੇਜਰ ਕੌਂਸਟੀਟਿਊਂਟ ਆ ਪ੍ਰੋਟੀਨਸ ਦਾ, ਠੀਕ ਆ। ਅਮੈਨੋ ਐਸਿਡਸ ਕਰਦੇ ਨਾ ਆਪਾਂ, ਉਹ 'ਚ ਸਟਰਕਚਰ ਹੈਗਾ NH2 ਵਗੈਰਾ 'ਚ N ਆਉਂਦਾ, ਠੀਕ ਆ। ਵਿਟਾਮਿਨਸ 'ਚ ਆਉਂਦਾ ਹੈਗਾ, ਕੁਛ ਐਨਜ਼ਾਈਮਸ ਦਾ ਵੀ ਇਹ ਕੌਂਸਟੀਟਿਊਐਂਟ ਹੈਗਾ। ਹਾਰਮੋਨਸ, ਕਲੋਰੋਫਿਲ ਦਾ ਜੇ ਆਪਾਂ ਸਟਰਕਚਰ ਪੜ੍ਹਾਂਗੇ ਤਾਂ ਉਹਦੇ ਵਿੱਚ ਵੀ ਆਉਂਦਾ ਹੈਗਾ। ਰੈਪਿਡ ਗਰੋਥ ਵਿੱਚ ਹੈਲਪ ਕਰਦਾ ਹੈਗਾ ਅਤੇ ਡਾਇਰੈਕਟਲੀ ਇਨਵੋਲਵ ਆ ਮੈਟਾਬੋਲਿਜ਼ਮ ਦੇ ਵਿੱਚ, ਠੀਕ ਆ। ਵੈਸੇ ਤਾਂ ਆਰਟੀਫਿਸ਼ਲੀ ਜੇ ਲੈਣਾ ਹੋਵੇ ਤਾਂ ਆਪਾਂ ਫਰਟੀਲਾਈਜ਼ਰ, ਜਦੋਂ ਆਪਾਂ ਕੋਈ ਵੇਖਿਆ ਹੋਵੇ ਤਾਂ ਫਰਟੀਲਾਈਜ਼ਰ, ਤਾਂ ਉਹਦੇ ਜਿਹੜੇ ਇੰਗਰੀਡੀਅੰਟਸ ਜਾਂ ਕੌਂਸਟੀਟਿਊਐਂਟਸ ਹੁੰਦੇ ਆ ਉੱਥੇ ਲਿਖਿਆ ਹੁੰਦਾ ਵੀ ਇਹ ਨਾਈਟ੍ਰੋਜਨ ਉਹਦੇ ਇੰਗਰੀਡੀਅੰਟਸ ਦੇ ਵਿੱਚ ਹੁੰਦਾ, ਠੀਕ ਆ। ਨਹੀਂ ਤਾਂ ਜੇ ਆਪਾਂ ਨੈਚੁਰਲੀ ਵੇਖੀਏ ਤਾਂ ਏਅਰ ਤੋਂ ਮਿਲਦਾ, ਜੇ ਮੰਨ ਲਓ ਡਾਇਰੈਕਟਲੀ ਨਹੀਂ ਮਿਲਦਾ ਤਾਂ ਲੈਗਿਊਮੀਨਸ ਪਲਾਂਟਸ ਦੀ ਜਿਹੜੀ ਰਾਈਜ਼ੋਬੀਅਮ ਬੈਕਟੀਰੀਆ ਹੈਲਪ ਕਰਦਾ ਨਾਈਟ੍ਰੋਜਨ ਫਿਕਸ ਕਰਨ ਵਿੱਚ, ਉੱਥੋਂ ਦੀ ਮਿਲ ਜਾਂਦਾ, ਠੀਕ ਆ। ਜੇ ਆਹ ਨਾਈਟ੍ਰੋਜਨ ਨਾ ਮਿਲੇ ਤਾਂ ਗਰੋਥ ਸਟੰਟਡ ਹੋ ਜਾਂਦੀ ਆ, ਲੀਵਸ ਯੈਲੋਇੰਗ ਆਫ ਲੀਵਸ ਸ਼ੁਰੂ ਹੋ ਜਾਂਦੀ ਆ, ਅਤੇ ਜੇ ਜ਼ਿਆਦਾ ਮਿਲ ਜੇ ਤਾਂ ਇਹਦੀ ਫਰੂਟਿੰਗ ਅਤੇ ਫਲਾਵਰਿੰਗ ਡਿਲੇ ਹੋ ਜਾਂਦੀ, ਠੀਕ ਆ। ਇਹ ਮੈਂ ਥੋੜ੍ਹਾ ਜਿਹਾ ਟੋਪਿਕ ਤੋਂ ਅਲੱਗ ਜਿਹਾ ਚਲਾ, ਜ਼ਰੂਰੀ ਸੀਗਾ ਵੀ ਪਤਾ ਲੱਗ ਜਾ। ਆਪਾਂ ਕਰੀ ਜਾਂਦੇ ਵੀ ਨਾਈਟ੍ਰੋਜਨ ਕਰੀ ਜਾਂਦੇ ਹਾਂ ਵੀ ਨਾਈਟ੍ਰੋਜਨ ਚਾਹੀਦੀ ਆ, ਉਹ ਕਿਉਂ ਚਾਹੀਦੀ ਉਹ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਨਾ, ਸੋ ਉਹ ਮੈਂ ਤੁਹਾਨੂੰ ਦੱਸਦਾ, ਠੀਕ ਆ। ਹੁਣ ਗੱਲ ਆ ਗਈ ਵੀ ਐਸੋਸੀਏਸ਼ਨ, ਮੈਂ ਤੁਹਾਨੂੰ ਦੱਸਦਾ ਐਸੋਸੀਏਸ਼ਨ ਹੈ ਰਾਈਜ਼ੋਬੀਅਮ ਬੈਕਟੀਰੀਆ ਦੀ ਅਤੇ ਰੂਟਸ ਆਫ ਲੈਗੂਮੀਨਸ ਪਲਾਂਟਸ ਦੀ, ਠੀਕ ਆ। ਹੁਣ ਰਾਈਜ਼ੋਬੀਅਮ ਕੀ ਕਰਦਾ ਹੈਗਾ, ਰਾਈਜ਼ੋਬੀਅਮ ਦਾ ਕੰਮ ਕੀ ਹੈ, ਜਿਹੜਾ ਮੈਂ ਤੁਹਾਨੂੰ ਸਟਾਰਟਿੰਗ 'ਚ ਦੱਸਿਆ ਵੀ ਨਾਈਟ੍ਰੋਜਨਸ ਇੱਕ ਐਨਜ਼ਾਈਮ ਹੈਗਾ, ਉਹ ਹੈਲਪ ਕਰਦਾ ਹੈਗਾ ਫॉर द ਕਨਵਰਜ਼ਨ ਆਫ ਨਾਈਟ੍ਰੋਜਨ, ਮੋਲੀਕੂਲਰ ਨਾਈਟ੍ਰੋਜਨ ਇਨਟੂ ਅਮੋਨੀਆ, ਠੀਕ ਆ। ਹੁਣ ਇਹ ਨਾਈਟ੍ਰੋਜਨਸ ਜਿਹੜਾ ਐਨਜ਼ਾਈਮ ਉਹ ਆਪਾਂ ਨੂੰ ਮਿਲਣਾ ਹੀ ਇਸੇ ਤੋਂ ਹੈਗਾ, ਉਹ ਕਿਵੇਂ ਮਿਲੂਗਾ ਉਹ ਆਪਾਂ ਅੱਗੇ ਕਰਾਂਗੇ। ਸੋ ਫਿਲਹਾਲ ਲਈ ਆਪਾਂ ਇਹ ਵੇਖ ਲੈਂਦੇ ਹਾਂ ਵੀ ਇੱਥੋਂ ਜਿਹੜਾ ਇੱਥੇ ਮੈਂ ਇੱਕ ਰਫ ਜਿਹਾ ਡਾਇਗਰਾਮ ਜਿਹਾ ਬਣਾਇਆ ਹੋਇਆ ਵੀ ਜਿਹੜੀ ਆ ਫਸਟ ਹੈਗੀਆਂ ਇੱਥੇ ਕੀ ਹੈ, ਨੋਰਮਲ ਰੂਟਸ ਆ, ਜਿਹੜੀ ਲੈਗੂਮੀਨਸ ਪਲਾਂਟਸ ਦੀ ਨੋਰਮਲ ਰੂਟਸ ਆ, ਠੀਕ ਆ। ਪਰ ਜਦੋਂ ਉਸ ਤੋਂ ਬਾਅਦ ਇਹਦੀ ਐਸੋਸੀਏਸ਼ਨ ਹੋ ਜਾਂਦੀ ਉਹਦੇ ਨਾਲ, ਸਿੰਬਾਇਓਸਿਸ ਫਾਰਮ ਕਰ ਦਿੰਦਾ, ਤਾਂ ਉਦੋਂ ਕੀ ਇੱਥੇ ਆਹ ਕੁਛ ਸਵੋਲਨ ਸਟਰਕਚਰ ਜੇ ਫਾਰਮ ਹੋ ਜਾਂਦੇ ਆ, ਜਿਹਨੂੰ ਆਪਾਂ ਬੇਸਿਕਲੀ ਕੀ ਕਹਿ ਦਿੰਦੇ ਆ, ਨੋਡਿਊਲਸ। ਕੀ ਆ ਇਹ, ਸਫੈਰੀਕਲੀ ਸਵੋਲਨ ਆਊਟਗਰੋਥਸ ਔਨ ਰੂਟਸ। ਹੁਣ ਨੋਰਮਲ ਰੂਟਸ ਤਾਂ ਇੱਦਾਂ ਦੀ ਹੈਗੀਆਂ, ਠੀਕ ਆ, ਪਰ ਜਦੋਂ ਉਹ 'ਤੇ ਰਾਈਜ਼ੋਬੀਅਮ ਐਕਟ ਕਰਦਾ ਹੈਗਾ ਤਾਂ ਇੱਦਾਂ ਸਵੋਲਨ ਕੁਛ ਸਟਰਕਚਰ ਫਾਰਮ ਹੋ ਜਾਂਦੇ ਆ, ਠੀਕ ਆ। ਹੁਣ ਜਿਹੜੀ ਪ੍ਰੋਸੈਸ ਹੈਗੀ ਆਪਾਂ ਕਹਿ ਤਾ ਬਾਕੀ ਤਾਂ ਜਿਹੜੀ ਪਹਿਲਾਂ ਕੀਤੀਆਂ ਸੀ ਐਟਮੋਸਫੇਰਿਕ ਅਤੇ ਇੰਡਸਟਰੀਅਲ, ਉਹ ਤਾਂ ਬਹੁਤ ਸਿੰਪਲ ਜਿਵੇਂ ਮੈਂ ਦੱਸਦਾ ਸੀਗਾ, ਪਰ ਇਹਨੂੰ ਆਪਾਂ ਥੋੜ੍ਹਾ ਜਿਹਾ ਡਿਟੇਲ 'ਚ ਕਰਨਾ, ਠੀਕ ਹੈ, ਕਿਉਂਕਿ
ਇਹ ਹੈ ਵੀ ਇੰਪੋਰਟੈਂਟ ਆ, ਵਾਈਡਲੀ ਐਕਸੈਪਟਡ ਵੀ ਆ। ਅਤੇ ਜੇ ਆਪਾਂ ਆਪਣੇ ਪੇਪਰ ਦੇ ਸਾਹਮਣੇ ਵੀ ਵੇਖੀਏ, ਵਰਲਡ ਨੂੰ ਛੱਡੋ, ਜੇ ਆਪਾਂ ਆਪਣੇ ਪੇਪਰ ਵੀ ਵੇਖੀਏ, ਆਪਾਂ ਨੂੰ ਥਿਊਰੀ 'ਚ ਕਿਵੇਂ ਹੈਲਪ, ਆਪਣੇ ਪੇਪਰ 'ਚ ਕਿਵੇਂ ਮਾਰਕਸ ਮਿਲ ਸਕਦੇ ਇੱਥੋਂ, ਤਾਂ ਉਹ ਵੀ ਕਿਉਂਕਿ ਦੋਨੋਂ ਪੇਪਰਾਂ 'ਚ ਇਨਵੋਲਵ ਆ। ਹੁਣ ਨਾਈਟ੍ਰੋਜਨ ਸਾਈਕਲ ਜਿਹੜੀ ਪੇਪਰ ਆਪਣੀ ਇਕੋਲੋਜੀ ਵਾਲੇ ਪੇਪਰ ਤਾਂ ਪੂਰੀ ਹੈਗੀ ਵੀ ਹੈ, ਸੋ ਬਾਇਓਲੋਜੀਕਲ ਨਾਈਟ੍ਰੋਜਨ ਫਿਕਸੇਸ਼ਨ ਆਪਾਂ ਕਰਨੀ, ਪਰ ਆਪਾਂ ਨੂੰ ਜਿਹੜਾ ਬੋਟਨੀ ਵਾਲਾ ਦੂਜਾ ਪੇਪਰ ਹੈਗਾ, ਫਿਜ਼ੀਓਲੋਜੀ ਵਾਲਾ ਪੇਪਰ ਹੈਗਾ, ਉਹਦੇ ਵਿੱਚ ਇਕੱਲੀ ਸਪੈਸ਼ਲੀ ਪਰਟੀਕੂਲਰਲੀ ਬਾਇਓਲੋਜੀਕਲ ਨਾਈਟ੍ਰੋਜਨ ਫਿਕਸੇਸ਼ਨ 'ਤੇ ਹੀ ਜ਼ੋਰ ਹੈਗਾ, ਠੀਕ ਆ। ਅਤੇ ਇੱਥੇ ਕੁਐਸਚਨ ਵੀ ਆ ਜਾਂਦਾ, ਜਿਵੇਂ ਮੈਡਮ ਨੇ ਮੈਨੂੰ ਦੱਸਿਆ ਸੀਗਾ, ਸੋ ਇਹ ਆਪਾਂ ਕਰ ਲੈਂਦੇ, ਠੀਕ ਆ। ਸੋ ਨਾਈਟ੍ਰੋਜਨ ਫਿਕਸੇਸ਼ਨ ਅੱਗੇ 2 ਸਟੈਪਸ ਵਿੱਚ ਕੈਰੀ ਹੁੰਦੀ ਆ। ਉਹ ਪਹਿਲਾ ਸਟੈਪ ਕੀ ਹੈ, ਪਹਿਲਾ ਸਟੈਪ ਇਹ 'ਚ ਹੈਗਾ ਨੋਡਿਊਲ ਫੋਰਮੇਸ਼ਨ, ਅਤੇ ਸੈਕਿੰਡ ਸਟੈਪ ਕੀ ਹੈਗਾ ਇਹ 'ਚ ਕਨਵਰਜ਼ਨ ਆਫ ਨਾਈਟ੍ਰੋਜਨ ਟੂ ਅਮੋਨੀਆ। ਬੇਸਿਕ ਆਪਣਾ ਕੰਮ ਤਾਂ ਇਹੀ ਹੈ ਨਾ, ਸੈਕਿੰਡ ਸਟੈਪ ਹੀ ਹੈ ਬੇਸਿਕ ਤਾਂ ਆਪਣਾ, ਵੀ ਨਾਈਟ੍ਰੋਜਨ ਨੂੰ ਅਮੋਨੀਆ ਵਿੱਚ ਕਨਵਰਟ ਕਰਨਾ। ਪਰ ਨਾਈਟ੍ਰੋਜਨ ਕਿਉਂਕਿ ਉਹਦੇ ਲਈ ਆਪਾਂ ਨੂੰ ਚਾਹੀਦਾ ਹੈਗਾ ਨਾਈਟ੍ਰੋਜਨਸ ਐਂਜ਼ਾਈਮ। ਹੁਣ ਨਾਈਟ੍ਰੋਜਨਸ ਐਂਜ਼ਾਈਮ ਕਿਵੇਂ ਮਿਲੂਗਾ? ਰਾਈਜ਼ੋਬੀਅਮ ਤੋਂ। ਹੁਣ ਰਾਈਜ਼ੋਬੀਅਮ ਕਿਵੇਂ ਐਂਟਰ ਕਰੂਗਾ ਰੂਟਸ ਦੇ ਵਿੱਚ, ਉਹ ਨੋਡਿਊਲ ਫੋਰਮੇਸ਼ਨ ਥਰੂ ਆਪਾਂ ਸਮਝਾਂਗੇ, ਠੀਕ ਹੈ। ਜਿਹੜਾ ਨਾਈਟ੍ਰੋਜਨਸ ਐਂਜ਼ਾਈਮ ਹੈਗਾ ਉਹ ਨੋਡਿਊਲਸ ਦੇ ਵਿੱਚ ਹੀ ਹੈਗਾ, ਠੀਕ ਆ। ਸੋ ਹੁੰਦਾ ਕੀ ਇਹਦੇ ਵਿੱਚ, ਪਹਿਲਾਂ ਤਾਂ ਕੀ ਹੈ, ਮਲਟੀਪਲ ਇੰਟਰੈਕਸ਼ਨਸ ਹੁੰਦੀਆਂ ਰਾਈਜ਼ੋਬੀਅਮ ਦੀਆਂ ਰੂਟਸ ਵਿਦ ਦਾ ਰੂਟਸ ਆਫ ਪਲਾਂਟਸ, ਠੀਕ ਆ। ਪਲਾਂਟਸ ਦੀ ਜਿਹੜੀ ਰੂਟਸ ਹੋ ਗਈਆਂ ਉਹਦੇ ਨਾਲ ਇੰਟਰੈਕਟ ਕਰ ਮਲਟੀਪਲ ਟਾਈਮਸ ਰਾਈਜ਼ੋਬੀਅਮ ਬੈਕਟੀਰੀਆ। ਹੁਣ ਇਹਦੇ ਵਿੱਚ ਮਲਟੀਪਲ ਕੁਝ ਸਟੈਪਸ ਇਨਵੋਲਵ ਆ ਨੋਡਿਊਲ ਫੋਰਮੇਸ਼ਨ ਦੇ ਵਿੱਚ। ਪਹਿਲਾਂ ਤਾਂ ਕੀ ਹੁੰਦਾ, ਜਿਹੜੀਆਂ ਸੋਇਲ ਦੇ ਜਿਹੜੇ ਰੂਟਸ ਆਫ ਹੈਗੀਆਂ ਲੈਗੂਮੀਨਸ ਪਲਾਂਟਸ, ਉਹ ਕੀ ਜਿਹੜੇ ਰੂਟ ਸੈਲਸ ਰਿਲੀਜ਼ ਕਰਦੇ ਆ ਕੁਛ ਕੈਮੀਕਲਸ। ਉਹ ਕੈਮੀਕਲਸ ਦਾ ਕੀ ਪਰਪਸ ਹੈਗਾ, ਰੂਟ ਸੈਲਸ ਜਿਹੜੇ ਹੈਗੇ ਆ ਉਹ ਕੈਮੀਕਲਸ ਕੁਛ ਰਿਲੀਜ਼ ਕਰਨਗੇ। ਉਹਦੇ ਨਾਲ ਕੀ, ਜਿਹੜੇ ਕੁਛ ਕੈਮੀਕਲਸ ਦਾ ਉਹਨਾਂ ਦਾ ਕੰਮ ਕੀ ਆ, ਵੀ ਉਹ ਇਨਕਰੇਜ ਕਰਦੇ ਬੈਕਟੀਰੀਅਲ ਗਰੋਥ ਨੂੰ, ਠੀਕ ਆ। ਬੈਕਟੀਰੀਆ ਦੀ ਜਿਹੜੀ ਗਰੋਥ ਹੈਗੀ ਆ ਉਹ ਅਰਾਊਂਡ ਦਾ ਰੂਟਸ, ਜਿਹੜੀ ਰੂਟ ਹੇਅਰਸ ਆ ਪਰਟੀਕੂਲਰਲੀ, ਆ ਵੇਖੋ ਜਿਵੇਂ ਕਿ ਇੱਥੇ ਮੈਂ ਦਿਖਾਇਆ ਹੋਇਆ ਵੀ ਆਹ ਮੰਨ ਲਓ ਰੂਟਸ ਹੈਗੀ, ਠੀਕ ਆ। ਇਹਦੇ ਜਿਹੜੇ ਰੂਟ ਹੇਅਰਸ ਆ, ਇੱਥੇ ਕੀ ਆ, ਬੈਕਟੀਰੀਆ ਦੀ ਗਰੋਥ ਸਟਾਰਟ ਹੋ ਗਈ, ਠੀਕ ਹੈ, ਇਨਕਰੇਜ ਹੋ ਗਈ। ਕਿਉਂ ਹੋ ਗਈ? ਕਿਉਂਕਿ ਕੁਛ ਜਿਹੜੇ ਰੂਟ ਸੈਲਸ ਨੇ ਕੀ ਕੀਤਾ, ਕੁਛ ਕੈਮੀਕਲਸ ਰਿਲੀਜ਼ ਕੀਤੇ ਸੀ, ਜਿਹਦੇ ਨਾਲ ਰੂਟ ਹੇਅਰਸ ਦੇ ਅਰਾਊਂਡ ਬੈਕਟੀਰੀਅਲ ਗਰੋਥ ਇਨਕਰੇਜ ਹੋ ਗਈ। ਬੈਕਟੀਰੀਅਲ ਗਰੋਥ ਥੋੜ੍ਹੀ ਤੇਜ਼ ਹੋ ਗਈ ਦੈਨ ਦਾ ਨੋਰਮਲ, ਠੀਕ ਆ। ਹੁਣ ਜੋ ਰਾਈਜ਼ੋਬੀਅਮ ਬੈਕਟੀਰੀਆ ਡਿਵਾਈਡ ਕਰਦਾ ਨੀਅਰ ਦਾ ਰੂਟ ਹੇਅਰਸ, ਉਹਦੇ ਨਾਲ ਕੀ ਹੁੰਦਾ, ਜਿਹੜੇ ਰੂਟ ਹੇਅਰ ਆ ਉਹ ਕਰਲ ਹੋ ਜਾਂਦੇ ਆ ਬੈਕਟੀਰੀਆ ਦੀ ਪ੍ਰੈਜ਼ੈਂਸ ਕਰਕੇ। ਹੁਣ ਦੇਖੋ ਇੱਥੇ ਹੈ ਵੀ ਬੈਕਟੀਰੀਅਲ ਗਰੋਥ ਇੰਕਰੀਜ਼ ਹੋ ਗਈ। ਉਸ ਤੋਂ ਬਾਅਦ ਤੁਹਾਨੂੰ ਐਰੋਬਾਈ ਦੱਸਿਆ ਵੀ ਉੱਥੇ ਉਸ ਤੋਂ ਬਾਅਦ ਕੀ ਹੋਊਗਾ, ਬੈਕਟੀਰੀਆ ਦੀ ਪ੍ਰੈਜ਼ੈਂਸ ਕਰਕੇ ਜਿਹੜੀ ਰੂਟ ਹੇਅਰ ਆ ਉਹ ਕਰਲ ਹੋਣਾ ਸ਼ੁਰੂ ਕਰ ਜੂਗੀ, ਠੀਕ ਆ। ਹੁਣ ਇਹਦੇ ਨਾਲ ਕੀ ਹੋ ਗਿਆ, ਜਿਹੜੇ ਰੂਟ ਹੇਅਰਸ ਆ ਉਹ ਵੀ ਇਨਫੈਕਟਡ ਹੋ ਗਏ। ਹੁਣ ਜਦੋਂ ਕਰਲ ਕਰੂਗੀ ਤਾਂ ਕਿਹੜਾ, ਆਹ ਦੇਖੋ ਇੱਥੇ, ਹੁਣ ਦੇਖੋ ਜਿਹੜਾ ਰੂਟ ਹੇਅਰ ਸੀਗਾ ਇਹ ਕਰਲ ਹੋ ਗਈ, ਇੱਥੋਂ ਕੀ ਬੈਕਟੀਰੀਆ ਕੀ ਕਰ ਗਏ, ਐਂਟਰ ਕਰ ਗਏ, ਜਿਹੜੇ ਰੂਟ ਹੇਅਰ ਆ ਉਹ ਇਨਫੈਕਟਡ ਹੋ ਗਏ। ਸੋ ਇੱਥੇ ਜਿਵੇਂ ਲਿਖਿਆ ਹੋਇਆ ਰੂਟ ਹੇਅਰ ਗੈਟਸ ਇਨਫੈਕਟਡ। ਹੁਣ ਜਿਹੜਾ ਇਨਫੈਕਟਡ ਥਰੈਡ ਆ, ਆਹ ਦੇਖੋ ਇੱਥੇ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾ ਰਿਹਾ ਹੈਗਾ ਵੀ ਇਹ ਰੂਟ ਹੇਅਰ ਦੇ ਥਰੂ ਐਂਟਰ ਕਰਕੇ ਬੈਕਟੀਰੀਆ, ਜਿਹੜਾ ਬੈਕਟੀਰੀਆ ਜਿਹੜਾ ਥਰੈਡ ਹੈਗਾ ਇਹ, ਜਿਹਨੂੰ ਇਨਫੈਕਸ਼ਨ ਥਰੈਡ ਵੀ ਕਹਿ ਦਿੰਦੇ ਆ, ਉਹ ਕਿੱਥੇ ਤੱਕ ਰੀਚ ਕਰ ਰਿਹਾ, ਜਿਹੜੇ ਮੈਂ ਆਹ ਸੈਲਸ ਵਿਖਾਏ ਹੋਏ ਆ ਸਮਝ ਲਓ ਇਹ ਕਾਹਦੇ ਆ, ਕੋਰਟੈਕਸ ਦੇ ਜਾਂ ਪੈਰੀਸਾਈਕਲ ਦੇ, ਇਨਰ ਕੋਰਟੈਕਸ ਦੇ ਜਾਂ ਪੈਰੀਸਾਈਕਲ 'ਤੇ। ਹੁਣ ਜਦੋਂ ਇੱਥੇ ਤੱਕ ਬੈਕਟੀਰੀਆ ਦੀ ਰੂਟ ਇਨਫੈਕਟਡ ਥਰੈਡ ਪਹੁੰਚ ਜਾਂਦਾ ਤਾਂ ਕੀ ਹੁੰਦਾ, ਉਹ ਡਿਵਾਈਡ ਕਰਨਾ ਸ਼ੁਰੂ ਹੋ ਜਾਂਦਾ, ਸੈੱਲ ਡਿਵੀਜ਼ਨ ਸਟਾਰਟ ਹੋ ਜਾਂਦੀ ਆ। ਹੁਣ ਜਦੋਂ ਸੈੱਲ ਨੋਰਮਲ ਨਾਲੋਂ ਜ਼ਿਆਦਾ ਡਿਵਾਈਡ ਕਰੂਗਾ, ਅਤੇ ਜੇ ਆਪਾਂ ਨੋਰਮਲੀ ਆਪਣੀ ਬੋਡੀ 'ਚ ਵੀ ਆਪਾਂ ਵੇਖਦੇ ਹਾਂ ਵੀ ਜਿਹੜੀ ਕੈਂਸਰਸ ਸੈੱਲ ਹੁੰਦੇ ਆ ਉਹ ਐਬਨੋਰਮਲੀ ਡਿਵਾਈਡ ਕਰਦੇ ਆ, ਅਤੇ ਕੀ ਹੁੰਦਾ, ਟਿਊਮਰ ਬਣ ਜਾਂਦਾ, ਠੀਕ ਆ। ਮਤਲਬ ਕੀ ਹੁੰਦਾ, ਸਵੋਲਨ ਸਟਰਕਚਰ ਹੋ ਜਾਂਦਾ ਨਾ ਉਹ। ਉਸੇ ਤਰ੍ਹਾਂ ਇੱਥੇ ਪਲਾਂਟਸ ਵਿੱਚ ਆਪਾਂ ਥੋੜ੍ਹਾ ਜਿਹਾ ਰਿਲੇਟ ਕਰ ਸਕਦੇ ਹਾਂ। ਵੈਸੇ ਉਹਦਾ ਕੋਈ ਲੈਣਾ ਦੇਣਾ ਨਹੀਂ, ਜਸਟ ਮੈਂ ਸਮਝਾਉਣ ਲਈ ਦੱਸ ਰਿਹਾ ਵੀ ਜਿਵੇਂ ਉਹ ਸਵੈਲ ਕਰ ਜਾਂਦੇ ਡਿਊ ਟੂ ਐਬਨੋਰਮਲ ਡਿਵੀਜ਼ਨ, ਉਸੇ ਤਰ੍ਹਾਂ ਇੱਥੇ ਹੀ ਹੈ ਜਿਹੜੇ ਪੈਰੀਸਾਈਕਲ ਜਾਂ ਫਿਰ ਇਨਰ ਕੋਰਟੈਕਸ ਦੇ ਸੈੱਲ ਜਿਹੜੇ ਹੋਣਗੇ ਉਹ ਡਿਵਾਈਡ ਕਰਨ ਲੱਗ ਜਾਣਗੇ, ਠੀਕ ਆ। ਹੁਣ ਜਦੋਂ ਡਿਵਾਈਡ ਕਰਨਗੇ ਤਾਂ ਜਿਵੇਂ ਦੱਸਿਆ ਸਵੋਲਨ ਸਟਰਕਚਰ ਬਣ ਜੂਗਾ। ਉਹੀ ਜਿਹੜਾ ਵਾਰ-ਵਾਰ ਡਿਵਾਈਡ ਕਰੀ ਜਾਣਗੇ ਤਾਂ ਸਵੈਲ ਹੋ ਜਾਣਗੇ, ਅਤੇ ਜਿਹੜਾ ਸਵੈਲ ਹੋ ਰਿਹਾ ਉਹੀ ਕੀ ਫੋਰਮ ਕਰ ਦਊਗਾ, ਨੋਡਿਊਲ। ਮੈਨੂੰ ਲੱਗਦਾ ਮੈਂ ਥੋੜ੍ਹਾ ਜ਼ਿਆਦਾ ਤੇਜ਼ ਬੋਲ ਰਿਹਾ, ਸੋ ਵੈਸੇ ਤੁਹਾਨੂੰ ਲੱਗ ਜੂਗਾ ਸਮਝ, ਨਾ ਲੱਗਿਆ ਮੈਨੂੰ ਪੁੱਛ ਲਿਓ, ਠੀਕ ਆ। ਸੋ ਨੋਡਿਊਲ ਦਾ ਜਿਹੜੇ ਹੁਣ ਹੋ ਜੂਗਾ, ਠੀਕ ਆ, ਇਸ ਜਗ੍ਹਾ 'ਤੇ ਜਿਵੇਂ ਕਿ ਤੁਹਾਨੂੰ ਮੈਂ ਇੱਥੇ ਵੀ ਰੂਟਸ ਹੈਗੀਆਂ, ਅਤੇ ਕੁਛ ਜਗ੍ਹਾ 'ਤੇ ਪੂਰੀ ਰੂਟ ਨਹੀਂ ਹੋਊਗੀ, ਕੁਛ ਜਗ੍ਹਾ 'ਤੇ ਕੀ ਹੈ, ਸਵੈਲ ਹੋ ਜਾਣਗੇ, ਠੀਕ ਆ। ਸੋ ਨੋਡਿਊਲ ਦਾ ਕੀ ਹੈ, ਵੈਸਕੂਲਰ ਕਨੈਕਸ਼ਨ ਵੀ ਹੁੰਦਾ ਵਿਦ ਰੂਟ, ਠੀਕ ਹੈ। ਨੋਡਿਊਲ ਹੈਜ਼ ਵੈਸਕੂਲਰ ਕਨੈਕਸ਼ਨ ਵਿਦ ਰੂਟਸ। ਸੋ ਰੂਟਸ ਨਾਲ ਵੈਸਕੂਲਰ ਕਨੈਕਸ਼ਨ ਦਾ ਕੀ ਮਤਲਬ ਹੈ, ਜਿਹੜੇ ਰੂਟਸ ਦੇ ਜ਼ਾਈਲਮ ਜਾਂ ਫਲੋਇਮ ਸੈਲਸ ਹੈਗੇ ਆ ਉਹਨਾਂ ਨਾਲ ਇਹਦਾ ਡਾਇਰੈਕਟ ਕਨੈਕਸ਼ਨ ਆ। ਕਿਉਂ ਹੈਗਾ, ਕਿਉਂ ਕਿਸ ਲਈ ਹੈਗਾ, ਉਹਦਾ ਪਰਪਜ਼ ਕੀ ਆ, ਸੋ ਦੈਟ ਨੋਡਿਊਲ ਗੈਟਸ ਇਟਸ ਨਿਊਟ੍ਰੀਸ਼ਨ
ਵਾਟਰ ਐਟਸੈਟਰਾ ਫਰੋਮ ਦਾ ਰੂਟ। ਹੁਣ ਨਿਊਡਿਊਲ ਨੂੰ ਵੀ ਆਪਣੇ ਸਰਵਾਈਵਲ ਦੇ ਲਈ ਨਿਊਟ੍ਰੀਸ਼ਨਸ ਵਗੈਰਾ ਵਾਟਰ ਵਗੈਰਾ ਚਾਹੀਦਾ ਨਾ, ਸੋ ਇਸ ਕਰਕੇ ਉਹਦਾ ਵੈਸਕੂਲਰ ਕਨੈਕਸ਼ਨ ਆਪਾਂ ਪਤਾ ਨਾ ਵੈਸਕੂਲਰ ਬੰਡਲਸ ਕੀ ਹੁੰਦੇ, ਵੈਸਕੂਲਰ ਬੰਡਲਸ ਕੀ ਜ਼ਾਈਲਮ ਹੁੰਦਾ ਜਿਹਦੇ ਨਾਲ ਵਾਟਰ ਵਗੈਰਾ, ਫਲੋਇਮ ਕੀ ਹੁੰਦਾ ਇਹਨਾਂ ਫੂਡ ਪਾਰਟੀਕਲਸ ਵਗੈਰਾ ਪਹੁੰਚ ਸਕਣ, ਨਿਊਟ੍ਰੀਸ਼ਨ ਪਹੁੰਚ ਸਕੇ। ਠੀਕ ਆ, ਸੋ ਆਈ ਹੋਪ ਇਹ ਕਲੀਅਰ ਹੋ ਗਿਆ ਹੋਊਗਾ ਨੋਡਿਊਲ ਫੋਰਮੇਸ਼ਨ ਕੀ ਹੈਗਾ, ਉਹਦਾ ਪਰਪਸ ਹੈਗਾ, ਉਹ ਪ੍ਰੋਸੈਸ ਕਿਵੇਂ ਆ। ਠੀਕ ਆ, ਸੈਕਿੰਡ ਸਟੈਪ ਆ ਗਿਆ ਜਿਹੜਾ ਆਪਣਾ ਮੇਨ ਸਟੈਪ ਆ, ਜਿਹੜਾ ਆਪਣਾ ਮੇਨ ਪਰਪਸ ਆ ਜਿਹਦੇ ਕਰਕੇ ਆਪਾਂ ਫਸਟ ਸਟੈਪ ਕੀਤਾ ਹੈਗਾ, ਉਹ ਕੀ ਆ, ਕਨਵਰਜ਼ਨ ਆਫ ਨਾਈਟ੍ਰੋਜਨ, ਮੋਲੀਕੂਲਰ ਨਾਈਟ੍ਰੋਜਨ ਯਾਨੀ ਕਿ ਡਾਈ ਨਾਈਟ੍ਰੋਜਨ ਇਨਟੂ ਅਮੋਨੀਆ ਦੈਟ ਇਜ਼ NH3। ਹੁਣ ਇਹਦੇ ਲਈ ਆਪਾਂ ਨੂੰ ਕੁਛ ਕੁ ਰਿਕੁਆਇਰਮੈਂਟਸ ਹੈਗੀਆਂ। ਠੀਕ ਹੈ, ਜਿਵੇਂ ਆਪਾਂ ਕੁਛ ਐਕਸਪੈਰੀਮੈਂਟ ਕਰਦੇ ਹਾਂ, ਉਹਦੇ ਲਈ ਆਪਾਂ ਪਹਿਲਾਂ ਆਪਣਾ ਮਟੀਰੀਅਲ ਇਕੱਠਾ ਕਰਦੇ ਹਾਂ ਨਾ, ਆਪਾਂ ਨੂੰ ਕੀ ਕੀ ਚਾਹੀਦਾ ਹੈਗਾ, ਉਸੇ ਤਰ੍ਹਾਂ ਇਹਦੀ ਕੁਛ ਰਿਕੁਆਇਰਮੈਂਟਸ ਆ, ਇਸ ਕਨਵਰਜ਼ਨ ਲਈ ਕੁਛ ਰਿਕੁਆਇਰਮੈਂਟਸ ਆ। ਪਹਿਲੀ ਇਹ ਰਿਕੁਆਇਰਮੈਂਟ ਜਿਹੜੀ ਮੇਨ ਹੈਗੀ ਆ, ਜਿਹਦੇ ਬਿਨਾਂ ਸਰਨਾ ਹੀ ਨਹੀਂਗਾ, ਉਹ ਹੈਗੀ ਨਾਈਟ੍ਰੋਜਨੇਜ਼ ਐਂਜ਼ਾਈਮ। ਹੁਣ ਨਾਈਟ੍ਰੋਜਨੇਜ਼ ਐਂਜ਼ਾਈਮ ਇਹ ਪ੍ਰੋਟੀਨ ਆ, ਪਰਟੀਕੂਲਰਲੀ ਐਂਜ਼ਾਈਮ ਨਾਈਟ੍ਰੋਜਨੇਜ਼ ਐਂਜ਼ਾਈਮ ਕੀ ਇੱਕ ਪ੍ਰੋਟੀਨ ਆ ਜਿਹਦੇ ਸਟਰਕਚਰ ਵਿੱਚ ਮੋਲੀਬਡਨਮ ਵੀ ਆ ਅਤੇ ਆਇਰਨ ਵੀ ਆ। ਠੀਕ ਆ, ਅਤੇ ਪਰ ਇਹਦਾ ਇੱਕ ਥੋੜ੍ਹਾ ਜਿਹਾ ਡਿਸਐਡਵਾਂਟੇਜ ਕਹਿ ਸਕਦੇ ਹਾਂ ਕੀ ਆ, ਇਹ 'ਚ ਕਮੀ ਕੀ ਆ, ਅਤੇ ਹਾਈਲੀ ਸੈਂਸਿਟਿਵ ਆ ਮੋਲੀਕੂਲਰ ਆਕਸੀਜਨ 'ਤੇ। ਮੋਲੀਕੂਲਰ ਆਕਸੀਜਨ O2 ਦੇ ਇਹ ਹਾਈਲੀ ਸੈਂਸਿਟਿਵ ਤੋਂ ਕੀ ਸਮਝਦੇ ਹੋ ਤੁਸੀਂ? ਸੈਂਸਿਟਿਵ ਕੀ ਹੈ, ਜੇ ਆਪਾਂ ਕਹਿੰਦੇ ਵੀ ਐਲਰਜੀ ਹੋ ਗਈ, ਵੀ ਕਿਸੇ ਨੂੰ ਮਿੱਟੀ ਉੱਡਦੀ ਹੋਵੇ ਤਾਂ ਛਿੱਕਾਂ ਲੱਗ ਜਾਂਦੀਆਂ, ਤਾਂ ਆਪਾਂ ਕਹਿ ਦਿੰਦੇ ਹਾਂ ਵੀ ਮਿੱਟੀ ਤੋਂ ਬਹੁਤ ਸੈਂਸਿਟਿਵ ਹੈ ਇਹ ਬੰਦਾ, ਇਹਨੂੰ ਐਲਰਜੀ ਹੋ ਜਾਂਦੀ ਹੈ। ਉਸੇ ਤਰ੍ਹਾਂ ਵੀ ਮਤਲਬ ਕਿ ਵੀ ਕੁਛ ਐਗਜ਼ੈਗਰੇਟਡ ਰਿਐਕਸ਼ਨ ਹੋਣੀ ਕੁਛ। ਠੀਕ ਆ, ਐਗਜ਼ੈਗਰੇਟਡ ਰਿਸਪੌਂਸ ਹੋਣਾ ਉਹਦਾ, ਵੀ ਜੇ ਆਕਸੀਜਨ ਨਾਲ ਉਹ ਮਿਲੂਗਾ ਅਤੇ ਇਹਨੇ ਕੰਮ ਕਰਨਾ ਕੀ ਕਰ ਦੇਣਾ, ਬੰਦ ਕਰ ਦੇਣਾ, ਉਸ ਤੋਂ ਬਾਅਦ ਇਹਨੇ ਫੰਕਸ਼ਨਲ ਨਹੀਂ ਰਹਿਣਾ ਗਾ। ਇਸੇ ਕਰਕੇ ਹਾਈਲੀ ਸੈਂਸਿਟਿਵ ਆਕਸੀਜਨ, ਅਤੇ ਇਸ ਕਰਕੇ ਕਨਵਰਜ਼ਨ ਓਕਰਸ ਬਾਈ ਫਾਰਮੇਸ਼ਨ ਆਫ ਨਾਈਟ੍ਰੋਜਨਸ ਕੰਪਲੈਕਸ। ਇਹ ਤੁਹਾਨੂੰ ਅੱਗੇ ਦੱਸੂਗਾ ਕਿਵੇਂ ਕੰਪਲੈਕਸ ਫਾਰਮ ਹੁੰਦਾ। ਠੀਕ ਆ, ਹੁਣ ਪਹਿਲੀ ਸੀਗੀ ਨਾਈਟ੍ਰੋਜਨਸ ਐਂਜ਼ਾਈਮ, ਉਹ ਤਾਂ ਹੈਗਾ ਹੀ ਆ। ਇੱਕ ਹੈਗਾ ਲੈਗ ਹੈਮੋਗਲੋਬਿਨ। ਲੈਗ ਹੀਮੋਗਲੋਬਿਨ ਆਪਾਂ ਜੂਲੋਜੀ 'ਚ ਥੋੜ੍ਹਾ ਬਹੁਤ ਪੜ੍ਹਿਆ ਹੋਇਆ, ਅਤੇ ਤਾਂ ਸ਼ਾਇਦ ਤੁਹਾਨੂੰ ਪਤਾ ਹੋਊਗਾ, ਪਰ ਮੈਂ ਇੱਥੇ ਦੱਸ ਦਿੰਦਾ। ਲੈਗ ਹੀਮੋਗਲੋਬਿਨ ਨੂੰ ਆਪਾਂ ਆਕਸੀਜਨ ਸਕਵੈਂਜਰ ਵੀ ਕਹਿ ਦਿੰਦੇ ਹਾਂ। ਸਕਵੈਂਜਰ ਦਾ ਮਤਲਬ ਕੀ ਹੁੰਦਾ? ਸਕਵੈਂਜਰ ਕਿਹੜੇ ਹੁੰਦੇ ਆ, ਜਿਵੇਂ ਆਪਾਂ ਪੜ੍ਹੇ ਹੋਏ ਨਾ ਡੀਕੰਪੋਜ਼ਰਸ ਜਾਂ ਹੈ ਕਿਹੜੇ ਹੋ ਗਏ ਆਪਣੇ ਆਟੋਟ੍ਰੋਫਿਕ ਵਗੈਰਾ 'ਚ ਆਪਾਂ ਪੜ੍ਹਿਆ ਸੀਗਾ, ਹੈਟਰੋਟ੍ਰੋਫਿਕ, ਉਹ ਸਾਰਿਆਂ 'ਚ ਪੜ੍ਹਿਆ ਸੀ ਵੀ ਸਕਵੈਂਜਰਸ ਕੀ ਹੁੰਦੇ ਆ। ਸਕਵੈਂਜਰਸ ਕਹਿੰਦੇ ਜਿਹੜੇ ਦੂਜਿਆਂ ਨੂੰ ਖਾ ਜਾਂਦੇ ਆ, ਇਸੇ ਕਰਕੇ ਇਹਨੂੰ ਇੱਕ ਕਾਮਨਲੀ ਇੱਕ ਟਰਮ ਦੇ ਦਿੱਤੀ ਗਈ ਹੈ ਆਕਸੀਜਨ ਸਕਵੈਂਜਰ, ਉਹ ਜਿਹੜਾ ਆਕਸੀਜਨ ਨੂੰ ਖਾ ਲੈ, ਮਤਲਬ ਅਸਲ 'ਚ ਨਹੀਂ ਖਾਊਗਾ, ਬਸ ਜਸਟ ਇੱਕ ਟਰਮ ਆ। ਠੀਕ ਆ, ਵੀ ਟੂ ਰਿਮੂਵ ਆਕਸੀਜਨ so that nitrogenous can work properly as nitrogenous can react if oxygen present। so ਕੀ ਹੈ, ਜੇ ਆਕਸੀਜਨ ਪ੍ਰੈਜੈਂਟ ਹੋਊਗੀ ਤਾਂ ਨਾਈਟ੍ਰੋਜਨੇਜ਼ ਨੇ ਆਪਣਾ ਕੰਮ ਪੂਰਾ ਨਹੀਂ ਕਰਨਾ। ਠੀਕ, ਸੋ ਜੇ ਨਾਈਟ੍ਰੋਜਨਸ ਨੇ ਆਪਣਾ ਕੰਮ ਪੂਰਾ ਨਹੀਂ ਕਰੂਗਾ ਤੇ ਨਾਈਟ੍ਰੋਜਨ ਕਨਵਰਟ ਹੀ ਨਹੀਂ ਹੋਣੀ ਅਮੋਨੀਆ ਲਈ। ਇੱਕ ਤਰ੍ਹਾਂ ਦਾ ਇਹ ਆਪਾਂ ਕੈਟਲਿਸਟ ਸਮਝ ਲਓ ਅਸੀਂ। ਠੀਕ ਆ, ਜਿਵੇਂ ਕਿਸੇ ਪ੍ਰੋਸੈਸ ਹੁੰਦਾ ਨਾ ਵੀ ਕਿ ਉਸ ਉਹ ਰਿਐਕਸ਼ਨ ਨਹੀਂ ਹੋ ਸਕਦੀ ਜੋ ਐਂਜ਼ਾਈਮ ਜਾਂ ਉਹ ਕੈਟਲਿਸਟ ਪ੍ਰੈਜੈਂਟ ਨਾ ਹੋਊਗਾ, ਤਾਂ ਉਸੇ ਤਰ੍ਹਾਂ ਜੇ ਨਾਈਟ੍ਰੋਜਨਸ ਪ੍ਰੈਜੈਂਟ ਨਾ ਹੋਇਆ ਤਾਂ ਕਨਵਰਜ਼ਨ ਹੋਣੀ ਹੋਈ ਨਹੀਂ। ਜੇ ਕਨਵਰਜ਼ਨ ਨਾ ਹੋਈ ਤਾਂ ਆਪਣਾ ਜਿਹੜਾ ਮੇਨ ਪਰਪਸ ਹੈਗਾ ਨਾਈਟ੍ਰੋਜਨ ਫਿਕਸੇਸ਼ਨ ਦਾ, ਉਹੀ ਨਹੀਂ ਪੂਰਾ ਹੋ ਰਿਹਾ। ਠੀਕ ਆ, ਇਸੇ ਕਰਕੇ ਇਹ ਲੈਗ ਹੀਮੋਗਲੋਬਿਨ ਬਹੁਤ ਜ਼ਿਆਦਾ ਜ਼ਰੂਰੀ ਆ। ਇਹ ਕੀ ਕਰਦਾ, ਇਨਸ਼ੋਰ ਕਰਦਾ ਵੀ ਜਿਹੜਾ ਨਾਈਟ੍ਰੋਜਨੇਜ਼ ਐਂਜ਼ਾਈਮ ਆ ਉਹ ਪ੍ਰੋਟੈਕਟਡ ਰਵੇ ਮੋਲੀਕੂਲਰ ਆਕਸੀਜਨ ਤੋਂ। ਠੀਕ ਆ, ਸੋ ਉਸ ਤੋਂ ਬਾਅਦ ਜਿਹੜਾ ਆਪਣਾ ਆ ਗਿਆ ਥਰਡ ਰਿਕੁਆਇਰਮੈਂਟ ਹੈਗੀ, ਉਹ ਹੈਗੀ ਆਪਣੀ ਐਨਰਜੀ ਦੀ। ਮੈਂ ਤੁਹਾਨੂੰ ਸਟਾਰਟਿੰਗ 'ਚ ਦੱਸਿਆ ਸੀ ਵੀ ਇਹਦੇ 'ਚ ਵੀ ਬਹੁਤ ਜ਼ਿਆਦਾ ਹਾਈ ਅਮਾਊਂਟ ਆਫ ਐਨਰਜੀ ਦੀ ਲੋੜ ਪੈਂਦੀ ਆ। ਇਸੇ ਕਰਕੇ ਇੱਥੇ 16 ATP ਨੇ ਐਡੀਨੋਸਾਈਨ ਟਰਾਈਫੋਸਫੇਟ ਜਿਹੜੀ ਆਪਣੀ ਕਰੰਸੀ ਆ, ਐਨਰਜੀ ਕਰੰਸੀ ਆ, ਅਤੇ 8 ਇਲੈਕਟ੍ਰੋਡ। ਠੀਕ ਆ, ਹੁਣ ਲਾਰਜ ਅਮਾਊਂਟ ਆਫ ਐਨਰਜੀ ਇਜ਼ ਪ੍ਰੋਵਾਈਡਡ ਬਾਏ ਹੋਸਟ ਸੈਲਸ। ਹੋਸਟ ਸੈਲਸ ਕੀ ਆ? ਹੋਸਟ ਕੀ ਹੁੰਦਾ? ਪਹਿਲੀ ਗੱਲ ਤਾਂ ਇੱਕ ਹੁਣ ਆਪਾਂ ਹੁਣੇ ਜਿਹੜੀ ਸਿੰਬਾਇਓਟਿਕ ਪੜ੍ਹਦੇ ਪਏ ਆ, ਉਹ 'ਚ ਕੀ ਇੱਕ ਸਮਝ ਲਓ ਕਹਿ ਸਕਦੇ ਹਾਂ ਵੀ, ਵੈਸੇ ਤਾਂ ਪੈਰਾਸਾਈਟ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਦੋਵਾਂ ਨੂੰ ਫਾਇਦਾ ਹੋ ਰਿਹਾ ਹੈਗਾ, ਪਰ ਜਿਹਦੀ ਬੋਡੀ ਦੇ ਵਿੱਚ ਕੋਈ ਰਹਿ ਰਿਹਾ ਹੋਵੇ ਉਹਨੂੰ ਹੋਸਟ ਕਹਿ ਦਿੰਦੇ ਹਾਂ, ਹੈ ਨਾ ਬੇਸਿਕਲੀ। ਅਤੇ ਹੋਸਟ ਇੱਥੇ ਕੀ ਆ? ਰੂਟ ਸੈਲਸ ਆ। ਆਪਾਂ ਕਹਿੰਦੇ ਰੂਟਸ ਆਫ ਲੈਗੂਮੀਨਸ ਪਲਾਂਟਸ ਦੇ ਵਿੱਚ ਰਹਿ ਰਿਹਾ ਰਾਈਜ਼ੋਬੀਅਮ ਬੈਕਟੀਰੀਆ। ਹੁਣ ਜਿਹਦੇ ਵਿੱਚ ਰਹਿ ਰਿਹਾ ਉਹੀ ਹੋਸਟ ਹੋਇਆ ਨਾ। ਸੋ ਹੋਸਟ ਕੀ ਹੈ ਇੱਥੇ? ਰੂਟਸ ਆਫ ਲੈਗੂਮੀਨਸ ਪਲਾਂਟਸ। ਉਹ ਕੀ ਰੈਸਪਾਇਰ ਕਰਦੇ ਆ, ਜਦੋਂ ਰੈਸਪਾਇਰ ਕਰਦੇ ਤਾਂ ਬਹੁਤ ਹਾਈ ਅਮਾਊਂਟ ਆਫ ਐਨਰਜੀ ਪ੍ਰੋਡਿਊਸ ਹੁੰਦੀ ਆ। ਠੀਕ ਆ, ਸੋ ਇੱਥੇ ਹੁਣ ਮਾੜੀ ਜੇ ਆਪਾਂ ਰਿਐਕਸ਼ਨ ਵੇਖੀਏ, ਰਿਐਕਸ਼ਨ 'ਚ ਕੀ ਹੋ ਰਿਹਾ? ਆਪਾਂ ਕੀ ਲਿਆ? ਨਾਈਟ੍ਰੋਜਨ 8 ਇਲੈਕਟ੍ਰੋਨ ਜਿਹੜੇ ਉੱਤੇ ਲਏ, 8 ਪ੍ਰੋਟੋਨਸ ਅਤੇ 16 ATP ਲਏ ਆ। ਹੁਣ ਇੱਥੇ ਜਿਹੜਾ ਆਪਾਂ ਨਾਈਟ੍ਰੋਜਨੇਜ਼ ਜਿਹੜਾ ਉੱਤੇ ਐਂਜ਼ਾਈਮ ਪ੍ਰੋਡਿਊਸ ਹੋਇਆ ਸੀਗਾ, ਕਿਹਨੇ ਪ੍ਰੋਡਿਊਸ ਕੀਤਾ ਸੀਗਾ? ਰਾਈਜ਼ੋਬੀਅਮ ਨੇ ਕੀਤਾ ਸੀ, ਰਾਈਜ਼ੋਬੀਅਮ ਬੈਕਟੀਰੀਆ ਨੇ। ਉਹ ਨਾਈਟ੍ਰੋਜਨੇਜ਼ ਐਂਜ਼ਾਈਮ ਇੱਥੇ ਆ ਗਿਆ ਅਤੇ ਉਹਨੇ ਕੀ ਕਰਤਾ? ਕਨਵਰਟ ਕਰਤਾ ਨਾਈਟ੍ਰੋਜਨ ਨੂੰ ਅਮੋਨੀਆ ਦੇ ਵਿੱਚ। 2 ਮੋਲੀਕੂਲਸ ਅਮੋਨੀਆ ਦੇ ਮਿਲ ਗਏ, ਇੱਕ ਹਾਈਡਰੋਜਨ ਦਾ। 16 ATP ਸੀਗੀ, ਉਹਨੇ ਬ੍ਰੇਕਡਾਊਨ ਹੋ ਕੇ ਕੀ ਫੋਰਮ ਕਰਤਾ?
16 ADP यानी कि एडिनोसिन डाईफॉस्फेट प्लस 16 PI यानी कि इनऑर्गेनिक ਫੋਸਫੇਟ। ठीक है। सो ये रिएक्शन हैगी आ। ਹੁਣ ਇਹਨੂੰ ਸਮਝਣ ਦੇ ਲਈ ਇੱਥੇ ਆਪਾਂ ਕਹਿ ਤਾਂ ਦਿੱਤਾ ਵੀ ਨਾਈਟ੍ਰੋਜਨਸ ਹੈਲਪ ਕਰਤੀ। ਨਾਈਟ੍ਰੋਜਨਸ ਨੇ ਕਿਵੇਂ ਹੈਲਪ ਕਰਤੀ? ਇਹ ਤਾਂ ਹੈ ਨਹੀਂ ਵੀ ਉਹਨੇ ਕਹਿਤਾ ਵੀ ਹਾਂ ਕਰ ਲਓ ਰਿਐਕਸ਼ਨ ਤੇ ਹੋ ਗਈ, ਉਹਨੇ ਕੁਛ ਨਾ ਕੁਛ ਕੀਤਾ ਹੋਊਗਾ। ਠੀਕ ਆ। ਸੋ ਉਹਦੀ ਆਪਾਂ ਵਰਕਿੰਗ ਵੇਖਣੀ ਆ, ਕਿਉਂਕਿ ਇਹ ਵੀ ਆਪਣੇ ਹੈਗੀ ਆ ਨਾਈਟ੍ਰੋਜਨਸ ਐਨਜ਼ਾਈਮ ਦੀ ਵਰਕਿੰਗ ਪਰਟੀਕੂਲਰਲੀ ਸਪੈਸੀਫਿਕਲੀ ਮੈਂਸ਼ਨ ਆ, ਉਹ ਕਿਸ ਤਰ੍ਹਾਂ ਹੁੰਦੀ ਆ। ਹੁਣ ਜੇ ਦੇਖੋ ਆਪਣਾ ਨੋਰਮਲੀ ਆਪਾਂ ਕੈਮਿਸਟਰੀ 'ਚ ਜਾਂ ਫਿਰ ਕਿਤੇ ਵੀ ਆਪਾਂ ਪੜ੍ਹਿਆ ਹੋਇਆ ਵੀ ਐਨਜ਼ਾਈਮ ਅਤੇ ਸਬਸਟ੍ਰੇਟ ਦਾ ES ਜਿਹੜਾ ਇੱਕ ਲੌਕ ਐਂਡ ਕੀ ਹਾਈਪੋਥੀਸਿਸ ਵੀ ਸ਼ਾਇਦ ਪੜ੍ਹੀ ਹੋਊਗੀ, ਉਹਨੂੰ ਥੋੜ੍ਹਾ ਕੁਛ ਇੰਨਾ ਇੱਥੇ ਆਪਾਂ ਰਿਲੇਟ ਕਰ ਸਕਦੇ ਹਾਂ। ਜਿਵੇਂ ਕਿ ਹਰ ਲੌਕ ਲਈ ਇੱਕ ਪਰਟੀਕੂਲਰ ਕੀ ਹੁੰਦੀ ਆ ਅਤੇ ਉਹੀ ਉੱਥੇ ਐਂਟਰ ਕਰਦੀ ਆ। ਉਸੇ ਤਰ੍ਹਾਂ ਇੱਕ ਐਨਜ਼ਾਈਮ ਦੇ ਉੱਤੇ ਇੱਕ ਟਾਰਗੇਟ ਸਾਈਟ ਕਹਿ ਸਕਦੇ ਹਾਂ ਇੱਥੇ ਸਬਸਟ੍ਰੇਟ ਜਿਹੜਾ ਹੈ ਉਹ ਬਾਈਂਡ ਕਰਦਾ। ਜਿਵੇਂ ਹੁਣ ਆਹ ਤੁਹਾਨੂੰ ਦਿਖ ਰਿਹਾ ਹੋਊਗਾ, ਮੈਂ ਇੱਥੇ ਮਾਰਕਰ ਯੂਜ਼ ਕਰ ਰਿਹਾ, ਇੱਥੇ ਤੁਸੀਂ ਵੇਖ ਸਕਦੇ ਹੋਗੇ ਕਿ ਇਹ ਕੀ ਹੈ, ਇੱਕ ਐਨਜ਼ਾਈਮ ਆ, ਇਹਦੇ ਉੱਤੇ ਕੀ ਆ ਕੇ ਸਬਸਟ੍ਰੇਟ ਬਾਈਂਡ ਕਰੂਗਾ। ਸਬਸਟ੍ਰੇਟ ਕੀ ਆ? ਨਾਈਟ੍ਰੋਜਨ, ਯਾਨੀ ਕਿ ਜਿਹੜਾ ਰਿਐਕਟੈਂਟ ਸੀਗਾ ਇਹਨੂੰ ਕਨਵਰਟ ਕਰਨਾ ਨਾ ਆਪਾਂ। ਹੁਣ ਨਾਈਟ੍ਰੋਜਨ, ਇੱਕ ਸੈਕਿੰਡ, ਹੁਣ ਨਾਈਟ੍ਰੋਜਨ ਦੇ ਵਿੱਚ ਵੇਖੋ ਨਾਈਟ੍ਰੋਜਨ ਕਿਵੇਂ ਹੁੰਦਾ। ਨਾਈਟ੍ਰੋਜਨ ਦਾ ਸਟਰਕਚਰ ਤੁਹਾਨੂੰ ਉਦੋਂ ਹੀ ਦੱਸਿਆ ਸੀ, ਬਹੁਤ ਸਿੰਪਲ ਜਿਹਾ ਵੀ ਦੋ ਐਟਮਸ ਆ ਨਾਈਟ੍ਰੋਜਨ ਦੇ, ਅਤੇ ਉਹਦੇ ਵਿੱਚ ਕੀ ਆ ਟ੍ਰਿਪਲ ਬੌਂਡ ਹੈਗੀ ਆ। ਠੀਕ ਆ। ਹੁਣ ਮੈਂ ਇਹਦੇ ਪਿੱਛੇ ਨਹੀਂ ਜਾ ਰਿਹਾ ਵੀ ਟ੍ਰਿਪਲ ਬੌਂਡ ਕਿਉਂ ਹੋ ਰਹੀ ਆ, ਵੀ ਉਹਦਾ ਐਟੋਮਿਕ ਨੰਬਰ ਇੰਨਾ ਹੈਗਾ, ਉਹਦੇ ਇੱਦਾਂ ਬੈਲੈਂਸ ਇਲੈਕਟ੍ਰੋਨਸ ਜਾ ਰਿਹਾ, ਉਹ ਕੁਛ ਮੈਨੂੰ ਡਿਟੇਲਸ 'ਚ ਇੱਧਰ ਜਾ ਰਿਹਾ ਹੈਗਾ, ਕਿਉਂਕਿ ਉਹ ਕੈਮਿਸਟਰੀ ਦਾ ਹੈਗਾ। ਨਾਈਟ੍ਰੋਜਨ ਦਾ ਇੰਨਾ ਕੁ ਆਪਾਂ ਨੂੰ ਨੋਰਮਲੀ ਪਤਾ ਹੀ ਆ ਵੀ ਟ੍ਰਿਪਲ ਬੌਂਡ ਉੱਥੇ ਕਿਉਂ ਹੁੰਦੀ ਹੈਗੀ ਆ। ਹੁਣ ਆਹ ਵੇਖੋ, ਇਹ ਮੰਨ ਲਓ ਆਪਣਾ ਐਨਜ਼ਾਈਮ ਆ। ਠੀਕ ਆ। ਹੁਣ ਇੱਥੇ ਕੀ ਹੋ ਰਿਹਾ, ਇੱਥੇ ਕੀ ਆਊਗਾ, ਇੱਥੇ ਹੈਗਾ ਆਪਣੇ ਦੋ ਐਟਮ ਆ ਨਾਈਟ੍ਰੋਜਨ ਦੇ, ਇੱਥੇ ਸਮਝ ਲਓ ਟ੍ਰਿਪਲ ਬੌਂਡ ਆ ਰਹੀ ਆ। ਠੀਕ ਆ। ਤੁਹਾਨੂੰ ਲੱਗ ਮੈਂ ਬੋਲ ਕੇ ਬੋਲ ਰਿਹਾ, ਤੁਹਾਨੂੰ ਲੱਗ ਰਿਹਾ ਹੋਊ ਪਤਾ, ਇੱਥੇ ਡਰਾਇੰਗ 'ਤੇ ਨਾ ਚਾਹੋ ਤੁਸੀਂ, ਕਿਉਂਕਿ ਮਾਰਕ ਇੱਥੇ ਯੂਜ਼ ਕਰਨਾ ਥੋੜ੍ਹਾ ਜਿਹਾ ਔਖਾ ਹੋ ਰਿਹਾ। ਸੋ ਨਾਈਟ੍ਰੋਜਨ ਦੇ ਵਿੱਚ ਕੀ ਆ ਟ੍ਰਿਪਲ ਬੌਂਡ ਹੈਗੀ ਆ। ਠੀਕ ਆ। ਹੁਣ ਇੱਥੇ ਕੀ ਕਰੂਗਾ, ਆਪਾਂ ਇੱਥੋਂ ਕੀ ਕਨਵਰਟ ਕਰਤਾ, ਇਹ 'ਚ ਆਪਾਂ ਕੀ ਕਰਾਂਗੇ ਹੁਣ NH2+। ਠੀਕ ਆ। ਹੁਣ ਇੱਥੇ ਆਪਾਂ ਕੀ ਕਰਨੀ, ਇਹਦੀ ਰਿਡਕਸ਼ਨ ਕੀ ਹੁੰਦੀ ਆ, ਇੱਕ ਹੁੰਦੀ ਆਕਸੀਡੇਸ਼ਨ, ਇੱਕ ਹੁੰਦੀ ਹੈ ਰਿਡਕਸ਼ਨ। ਰਿਡਕਸ਼ਨ ਕੀ ਹੁੰਦੀ ਹੈ? ਐਡੀਸ਼ਨ ਆਫ ਹਾਈਡਰੋਜਨ। ਹੁਣ ਇਹ ਹਾਈਡਰੋਜਨ ਕੀ ਕਰਾਂਗੇ, ਕਨਵਰਟ ਆਪਾਂ ਐਡ ਕਰ ਦਾਂਗੇ, ਜਾਣੀ ਕਿ +2H। ਹੁਣ ਉਹਦੇ ਨਾਲ ਕੀ ਹੋ ਜਾਊਗਾ, N2 ਸੀਗਾ। ਠੀਕ ਆ। N2 ਸੀਗਾ, ਇਹ 'ਚ ਟ੍ਰਿਪਲ ਬੌਂਡ ਸੀਗੀ। ਠੀਕ ਆ। ਹੁਣ ਮਤਲਬ ਕਿ ਇਹਦੇ ਨਾਲ ਕੁਛ ਲੱਗਿਆ ਨਹੀਂ ਸੀ, ਇਸ ਕਰਕੇ ਟ੍ਰਿਪਲ ਬੌਂਡ ਸੀਗੀ। ਹੁਣ ਜੇ ਦੋ ਹਾਈਡਰੋਜਨ ਆ ਗਏ, ਇੱਕ H ਇਹਦੇ ਨਾਲ ਲੱਗ ਗਿਆ, ਇੱਕ H ਇਹਦੇ ਨਾਲ ਲੱਗ ਗਿਆ, ਹੁਣ ਇਹਦੇ ਵਿੱਚ ਕਿੰਨੀ ਬੌਂਡਸ ਰਹਿ ਜਾਣਗੀਆਂ? 3 ਬੌਂਡ ਸੀ ਨਾ, 3 ਬੌਂਡ। ਹੁਣ ਜਾਣੀ ਕਿ 6 ਇਲੈਕਟ੍ਰੋਨ ਯੂਜ਼ ਹੋ ਰਹੇ ਸੀਗੇ। ਉਹ ਜਿਹੜੀ ਆਹ ਇਲੈਕਟ੍ਰੋਨ ਜਿਹੜੇ ਸੀਗੇ, ਇਹਦੇ 2 ਇਲੈਕਟ੍ਰੋਨ, ਇੱਕ ਇਲੈਕਟ੍ਰੋਨ ਤਾਂ ਆਹ ਹਾਈਡਰੋਜਨ ਨੇ ਲੈ ਲਿਆ, ਦੂਜਾ ਇਲੈਕਟ੍ਰੋਨ ਆਹ ਹਾਈਡਰੋਜਨ ਨੇ ਲਿਆ, ਜਾਣੀ ਕਿ ਆਹ ਬੌਂਡ ਟੁੱਟ ਗਈ। ਕਿੰਨੀਆਂ ਬੌਂਡਸ ਰਹਿ ਗਈਆਂ? ਸਿਰਫ 2 ਰਹਿ ਗਈਆਂ। ਲੱਗ ਰਿਹਾ ਪਤਾ? ਠੀਕ ਹੈ। ਇਸ ਤੋਂ ਬਾਅਦ ਮੈਂ ਨੋਟਸ ਵਿੱਚ ਵੀ ਦਿਖਾ ਦੂੰਗਾ, ਇੱਕ ਕਰਕੇ ਇੱਥੋਂ ਵੇਖ ਲਓ। ਹੁਣ ਇੱਥੇ 2 ਰਹਿ ਗਈਆਂ। ਇਸ ਤੋਂ ਬਾਅਦ ਹੁਣ ਇੱਥੇ ਤੱਕ ਹੈਗੇ ਆ ਆਪਾਂ ਵੀ NH ਡਬਲ ਬੌਂਡ NH। ਹੁਣ ਜੇ ਮੈਂ ਇੱਥੇ ਫੇਰ ਐਡ ਕਰਤਾ 2H ਪੋਜ਼ੀਟਿਵ ਨੂੰ ਐਡ ਕਰਤਾ ਇੱਥੇ, ਤਾਂ ਕੀ ਹੋ ਜਾਊਗਾ, ਜਾਣੀ ਕਿ 2 ਹਾਈਡਰੋਜਨ ਹੋਰ ਐਡ ਕਰ ਰਿਹਾ ਮੈਂ। 2 ਹਾਈਡਰੋਜਨ ਹੋਰ ਐਡ ਕੀਤੇ ਤਾਂ ਕੀ ਹੋਇਆ, ਇੱਥੇ ਵੀ ਹਾਈਡਰੋਜਨ ਲੱਗ ਗਿਆ, ਇੱਥੇ ਵੀ ਹਾਈਡਰੋਜਨ ਲੱਗ ਗਿਆ। ਠੀਕ ਆ। ਮਤਲਬ ਕਿ 2 ਇਲੈਕਟ੍ਰੋਨ ਹੋਰ ਯੂਜ਼ਡ ਅਪ ਹੋ ਗਏ, ਜਾਣੀ ਕਿ ਜਿਹੜੀ ਆਹ ਵਾਲੀ ਬੌਂਡ ਹੈਗੀ ਆ ਇਹ ਵੀ ਕੱਟੀ ਜਾਊਗੀ। ਸਿਰਫ ਕਿੰਨੀ ਬੌਂਡ ਰਹਿ ਗਈ? 1 ਬੌਂਡ ਰਹਿ ਗਈ। ਠੀਕ ਆ। ਹੁਣ ਆਪਣੇ ਕੋਲ ਹੁਣ ਮੈਂ ਕਿੱਥੇ ਤੱਕ ਪਹੁੰਚ ਚੁੱਕਾ, NH2 ਸਿੰਗਲ ਬੌਂਡ NH2। ਹੁਣ ਇੱਕ ਬੌਂਡ ਹੀ ਰਹਿ ਗਈ, ਮਤਲਬ ਕਿ 2 ਇਲੈਕਟ੍ਰੋਨ। ਜੇ ਮੈਂ ਹੁਣ ਫਿਰ ਆ ਗਿਆ, ਫਿਰ ਮੈਂ 2H+ ਪਾਤੇ, ਯਾਨੀ ਕਿ ਫਿਰ ਇਹਦੀ ਰਿਡਕਸ਼ਨ ਕਰਾਤੀ, ਤਾਂ ਹੁਣ ਆਹ ਵਾਲੇ 2 ਇਲੈਕਟ੍ਰੋਨ ਵੀ ਯੂਜ਼ ਹੋ ਜਾਣਗੇ। ਠੀਕ ਆ। ਸੋ ਕੀ ਬਣ ਗਿਆ ਆਪਣੇ ਕੋਲ NH3 NH3। ਹੁਣ ਇਹਨਾਂ ਵਿੱਚ ਕੋਈ ਬੌਂਡ ਹੀ ਨਹੀਂ ਰਹੀ। ਠੀਕ ਆ। ਸੋ ਆਪਣੇ ਕੋਲ ਕੀ ਕੋਈ ਬੌਂਡ ਹੀ ਨਹੀਂ ਰਹੀ, ਮਤਲਬ ਅਲੱਗ-ਅਲੱਗ ਹੋ ਗਏ ਨਾ, ਇੱਕ NH3 ਅਲੱਗ ਹੋ ਗਿਆ, ਇੱਕ NH3 ਅਲੱਗ ਹੋ ਗਿਆ। ਉਸ ਤੋਂ ਬਾਅਦ ਕੀ ਕਰੂਗਾ, ਇਹ ਬਾਹਰ ਨਿਕਲ ਜੂਗਾ, ਜਾਣੀ ਕਿ ਇੱਕ ਮੋਲੀਕਿਊਲ ਇੱਕ ਆਹ NH3 ਦਾ, ਦੂਜਾ ਆਹ NH3 ਦਾ, 2 ਮੋਲੀਕਿਊਲਸ NH3 ਦੇ ਅਲੱਗ ਹੋ ਗਏ। ਠੀਕ ਆ। ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਉੱਧਰਲੇ ਪਾਸੇ ਦਿਖਾ ਦਿੰਦਾ, ਨੋਟਸ ਪੂਰਾ ਬਣਿਆ ਹੋਇਆ। ਦੇਖੋ ਕੀ ਹੋ ਰਿਹਾ। ਸਟਾਰਟਿੰਗ 'ਚ ਮੈਂ ਕੀ ਕਿਹਾ ਸੀਗਾ, ਇੱਥੇ ਐਨਜ਼ਾਈਮ ਹੈਗਾ। ਠੀਕ ਆ। ਇੱਥੇ ਉਸ ਤੋਂ ਬਾਅਦ ਕੀ ਆ ਗਿਆ, ਇਸ ਜਗ੍ਹਾ 'ਤੇ ਆ ਰਿਹਾ ਹੁਣ ਮੈਂ ਵੀ ਨਾਈਟ੍ਰੋਜਨ ਅਤੇ ਨਾਈਟ੍ਰੋਜਨ ਦੇ ਵਿੱਚ ਟ੍ਰਿਪਲ ਬੌਂਡ ਹੈਗੀ ਆ। ਪਰ ਹੁਣ ਇਸ ਤੋਂ ਬਾਅਦ ਮੈਂ ਕੀ ਕਰਤਾ, ਇਸ ਜਗ੍ਹਾ 'ਤੇ ਕੀ ਕਰਤਾ, ਮੈਂ ਰਿਡਕਸ਼ਨ ਕਰਾਤੀ।
ठीक है। रिडक्शन की 2 हाइड्रोजन के एटम ऐड किए मैं, इतने 2 हाइड्रोजन लग गए हैगे आ, तो एक बॉन्ड की होगी रिमूव हो गई आ। ठीक है, डबल बॉन्ड ही रह गई ना इत्थे तक। तो डबल बॉन्ड ही रह गई सी, मैं दोबारा फिर रिडक्शन कराती, फिर उत्थे 2 हाइड्रोजन होर ऐड हो गए, सिंगल बॉन्ड ही रह गई। इस जगह तो वेख रहे हो तुसीं, ठीक है, सिंगल बॉन्ड ही रह गई इत्थे। उस तो बाद की हो गया, दोबारा मैं फिर इत्थे मैं लिखिया नहीं गया, पर दोबारा फिर इत्थे रिडक्शन ही कराई हैगी इस जगह, तो दोबारा फिर हाइड्रोजन ऐड हो गए। हुण इत्थे कोई बॉन्ड ही नहीं रहेगी। ठीक है, NH3 एक अलग हो गया, एक अलग हो गया, मैं विच डिमार्केशन करके शो किया होया। इस तो बाद की हो, ਤੁਹਾਨੂੰ ਪਤਾ ਕੈਟਾਲਿਸਟ ਦਾ ਜਾਂ ਐਂਜ਼ਾਈਮ ਨੂੰ ਬਾਇਓ ਕੈਟਾਲਿਸਟ ਹੀ ਕਹਿੰਦੇ ਆ ਨਾ, ਵੀ ਜਿਹੜੀ ਲਿਵਿੰਗ ਬੋਡੀ ਦੇ ਵਿੱਚ ਜਿਹੜਾ ਐਜ਼ ਅ ਕੈਟਾਲਿਸਟ ਐਕਟ ਕਰਦਾ ਉਹਨੂੰ ਬਾਇਓ ਕੈਟਾਲਿਸਟ ਕਹਿੰਦੇ ਆ। ਉਸ ਇੱਥੇ ਐਂਜ਼ਾਈਮ ਐਜ਼ ਅ ਕੈਟਾਲਿਸਟ ਵਾਂਗੂ ਐਕਟ ਹੀ ਕਰ ਰਿਹਾ ਨਾ। ਸੋ ਹੁਣ ਜਦੋਂ ਐਂਜ਼ਾਈਮ ਦਾ ਕੰਮ ਖਤਮ ਹੋ ਗਿਆ, ਉਹਨੇ ਆਪਣੀ ਜਿਹੜੀ ਉਹ 'ਚ ਜੋੜ ਤੋੜ ਕਰਨੀ ਸੀ ਉਹਨੇ ਕਰਤੀ, ਅਤੇ ਹੁਣ ਉਵੇਂ ਰਿਕਵਰ ਵਾਪਸ ਹੋ ਜਾਊਗਾ, ਐਂਜ਼ਾਈਮ ਉਵੇਂ ਵਾਪਸ ਨਿਕਲ ਗਿਆ, ਫੋਰਮ ਹੋ ਗਿਆ ਪ੍ਰੋਡਕਟ ਆਪਣਾ ਜਿਹੜਾ ਮੇਨ ਪ੍ਰੋਡਕਟ ਸੀਗਾ। ਬਾਕੀ ਬਾਇਓ ਪ੍ਰੋਡਕਟ ਤਾਂ ਜਿਹੜੇ ਸੀਗੇ ਹਾਈਡਰੋਜਨ ਵਗੈਰਾ ਜਾਂ ADP ਵਗੈਰਾ ਉਹ ਤਾਂ ਅਲੱਗ ਆ, ਪਰ ਜਿਹੜਾ ਆਪਣਾ ਮੇਨ ਪਰਪਸ ਸੀ ਫੋਰਮੇਸ਼ਨ ਦਾ ਉਹ ਸੀ ਅਮੋਨੀਆ। ਅਮੋਨੀਆ ਆਪਣੇ ਕੋਲ ਫੋਰਮ ਹੋ ਗਈ। ਠੀਕ ਆ, ਸੋ ਆਪਣਾ ਬੇਸਿਕ ਜਿਹੜਾ ਪਰਪਸ ਉਹ ਇੱਥੇ ਖਤਮ ਹੋ ਰਿਹਾ, ਵੀ ਆਪਣੀ ਨਾਈਟ੍ਰੋਜਨ ਫਿਕਸ ਹੋ ਰਹੀ ਆ। ਨਾਈਟ੍ਰੋਜਨ ਆਪਾਂ ਸਟਾਰਟ ਫਿਕਸੇਸ਼ਨ ਕੀ ਕਹੀ ਸੀ, ਵੀ ਪ੍ਰੋਸੈਸ ਆਫ ਕਨਵਰਜ਼ਨ ਆਫ ਡਾਈ ਨਾਈਟ੍ਰੋਜਨ ਜਾਂ ਮੋਲੀਕੂਲਰ ਨਾਈਟ੍ਰੋਜਨ ਜਾਂ ਐਟਮੋਸਫੈਰਿਕ ਨਾਈਟ੍ਰੋਜਨ ਇਨਟੂ ਅਮੋਨੀਆ। ਠੀਕ ਆ, ਉਹ ਆਪਣੇ ਹੋ ਰਿਹਾ। ਹੁਣ ਇੱਥੇ ਆਪਾਂ ਕਰਨਾ ਸੀ ਉਹ ਆਪਾਂ ਕਰਤਾ, ਐਂਡ 'ਤੇ ਆਪਾਂ ਨੂੰ ਅਮੋਨੀਆ ਮਿਲ ਗਿਆ। ਸੋ ਨਾਈਟ੍ਰੋਜਨ ਫਿਕਸੇਸ਼ਨ ਇੱਥੇ ਗਿਆ। ਸਟਾਰਟਿੰਗ 'ਚ ਮੈਂ ਇੱਕ ਵਾਰ ਥੋੜ੍ਹਾ ਜਿਹਾ ਬਰੀਫ ਜਿਹਾ ਦੁਆਰਾ ਕਰ ਰਿਹਾ ਮੈਂ, ਵੀ ਕਿਵੇਂ ਹੋਈ। ਬਾਇਓਲੋਜੀਕਲ ਫਿਕਸੇਸ਼ਨ ਕੀ ਸੀਗੀ ਉਹ ਦੱਸਤਾ ਤੁਹਾਨੂੰ ਮੈਂ। ਨਾਈਟ੍ਰੋਜਨ ਉਹ 'ਚ ਕੁਝ ਮਾਈਕਰੋਬਸ ਜਾਂ ਬੈਕਟੀਰੀਆ ਵਗੈਰਾ ਦੱਸਿਆ ਨਾ, ਵੀ ਬਾਇਓਲੋਜੀਕਲ ਹੈਗੀ, ਇਸ ਕਰਕੇ ਔਰਗੈਨਿਜ਼ਮਸ ਯੂਜ਼ ਹੋਏ ਆ। ਮੈਂ ਦੱਸਤੇ ਵੀ ਕਿਹੜੇ ਯੂਜ਼ ਹੋਏ ਆ। ਫ੍ਰੀ ਲਿਵਿੰਗ ਵੀ ਹੈਗੇ ਆ ਕੁਛ, ਅਤੇ ਸਿੰਬਾਇਓਟਿਕ ਵੀ ਹੈਗੇ ਆ। ਸਿੰਬਾਇਓਟਿਕ ਨੂੰ ਆਪਾਂ ਥੋੜ੍ਹਾ ਡਿਟੇਲ 'ਚ ਕੀਤਾ, ਕਿਉਂਕਿ ਮੋਸਟ ਕੋਮਨਲੀ ਉਹੀ ਯੂਜ਼ ਹੁੰਦੀ ਆ। ਆਪਾਂ ਜਿਹੜੀ ਜ਼ਿਆਦਾਤਰ ਪੜ੍ਹਿਆ ਵੀ ਹੈਗਾ ਉਹੀ, ਉਹਦੇ ਬਾਰੇ ਜਿਹੜੇ ਸਿੰਬਾਇਓਟਿਕ ਫੋਰਮ ਕਰਦੇ ਹੈਗੇ ਆ ਰੂਟਸ ਆਫ ਲੈਗੂਮੀਨਸ ਪਲਾਂਟਸ ਨਾਲ, ਉਹਦੇ ਬਾਰੇ ਡਿਟੇਲ 'ਚ ਪੜ੍ਹ ਲਿਆ। ਹੁਣ ਉਹ ਕਿਵੇਂ ਹੁੰਦੀ, ਉਹਦੇ ਨੋਡਿਊਲ ਫੋਰਮੇਸ਼ਨ ਆਪਾਂ ਮੈਂ ਤੁਹਾਨੂੰ ਸਟੈਪ ਬਾਈ ਸਟੈਪ ਦੱਸਦਾ ਹੈਗਾ ਵੀ ਕਿਵੇਂ ਕਿਵੇਂ ਹੁੰਦੀ ਆ। ਪੂਰੀ ਥਿਊਰੀ ਵੀ ਇੱਥੇ ਨੋਟਸ 'ਚ ਸ਼ਾਇਦ ਤੁਸੀਂ ਵੇਖ ਲਈ ਹੋਣੀ ਆ, ਚਾਹੋ ਤਾਂ ਨੋਟ ਕਰ ਲਿਓ ਉੱਥੋਂ। ਠੀਕ ਹੈ, ਸੈਕਿੰਡ ਉਹਦਾ ਸਟੈਪ ਸੀ ਕਨਵਰਜਨ ਨਾਈਟ੍ਰੋਜਨ ਦੀ ਅਮੋਨੀਆ ਵਿੱਚ। ਹੁਣ ਉਹਦੇ ਲਈ ਰਿਕੁਆਇਰਮੈਂਟਸ ਕੀ ਸੀਗੀਆਂ ਉਹ ਮੈਂ ਤੁਹਾਨੂੰ ਦੱਸਿਆ। ਨਾਈਟ੍ਰੋਜਨਸ ਐਂਜ਼ਾਈਮ ਚਾਹੀਦਾ ਸੀ, ਲੈਗ ਹੀਮੋਗਲੋਬਿਨ ਚਾਹੀਦਾ ਸੀ, ਉਸ ਐਨਰਜੀ ਤੁਹਾਨੂੰ ਮੈਂ ਸਟਾਰਟਿੰਗ 'ਚ ਦੱਸਤਾ ਸੀ ਵੀ ਚਾਹੀਦੀ ਹੁੰਦੀ, ਇਸ ਕਰਕੇ ਇੱਥੇ ਤੁਹਾਨੂੰ ਦੱਸਤਾ ਵੀ ATP ਚਾਹੀਦੀ ਹੈ 16 ਮੋਲੀਕਿਊਲਸ, ਉਹਦੇ 8 ਇਲੈਕਟ੍ਰੋਨ ਚਾਹੀਦਾ ਹੈਗਾ। ਉਸ ਤੋਂ ਬਾਅਦ ਤੁਹਾਨੂੰ ਮੈਂ ਰਿਐਕਸ਼ਨ ਦਿਖਾਈ ਵੀ ਉਹ ਕਿਸ ਤਰ੍ਹਾਂ ਰਿਐਕਸ਼ਨ ਹੋ ਰਹੀ ਹੈਗੀ ਆ। ਉਸ ਤੋਂ ਬਾਅਦ ਮੈਂ ਦੱਸਿਆ ਵੀ ਮੈਂ ਤੁਹਾਨੂੰ ਇੱਥੇ ਦੱਸਿਆ ਵੀ ਨਾਲ ਹੋ ਰਿਹਾ, ਉਹ ਨਾਈਟ੍ਰੋਜਨ ਦੀ ਨੇਜ਼ ਹੈਲਪ ਕਿਵੇਂ ਕਰਦਾ, ਉਹਦੀ ਵਰਕਿੰਗ ਕਿਵੇਂ ਹੈ, ਕੀ ਉਹਦਾ ਮਕੈਨਿਜ਼ਮ ਕਰਤਾ। ਠੀਕ ਆ, ਸੋ ਇਸਦੇ ਨਾਲ ਆਪਣਾ ਜਿਹੜਾ ਆਹ ਪਰਟੀਕੂਲਰ ਟੋਪਿਕ ਹੈਗਾ ਨਾਈਟ੍ਰੋਜਨ ਫਿਕਸੇਸ਼ਨ ਉਹ ਕੰਪਲੀਟ ਹੋ ਰਿਹਾ। ਠੀਕ ਆ, ਸੋ ਇਹਦੇ ਨਾਲ ਆਪਣਾ ਫਿਜ਼ੀਓਲੋਜੀ ਦਾ ਟੋਪਿਕ ਹੈਗਾ ਸਪੈਸੀਫਿਕਲੀ ਨਾਈਟ੍ਰੋਜਨ ਫਿਕਸੇਸ਼ਨ ਦਾ। ਬਾਇਓਲੋਜੀਕਲ ਫਿਕਸੇਸ਼ਨ ਜਿਹੜਾ ਹੈਗਾ ਉਹ ਇਹ 'ਚ ਖਤਮ ਹੋ ਗਿਆ, ਪਰ ਨਾਈਟ੍ਰੋਜਨ ਸਾਈਕਲ ਨਹੀਂ ਹਜੇ ਖਤਮ ਹੋਏਗੀ, ਕਿਉਂਕਿ ਮੈਂ ਦੱਸਿਆ ਨਾ ਵੀ 4 ਸਟੈਪ ਆ। ਨਾਈਟ੍ਰੋਜਨ ਫਿਕਸੇਸ਼ਨ ਆ, ਨਾਈਟ੍ਰੀਫਿਕੇਸ਼ਨ ਆ, ਡੀਨਾਈਟ੍ਰੀਫਿਕੇਸ਼ਨ ਆ, ਐਮੋਨੀਫਿਕੇਸ਼ਨ ਆ। ਉਹਦਾ ਆਪਾਂ ਫਸਟ ਸਟੈਪ ਕੀਤਾ ਨਾਈਟ੍ਰੋਜਨ ਫਿਕਸੇਸ਼ਨ। ਸੋ ਇਹ ਨਾ ਸੋਚੋ ਵੀ ਮਤਲਬ ਨਾਈਟ੍ਰੋਜਨ ਫਿਕਸੇਸ਼ਨ ਇੰਨਾ ਵੱਡਾ ਸੀ, 2 ਟੋਪਿਕ 2 ਵੀਡੀਓ 'ਚ ਕਵਰ ਹੋਇਆ ਤਾਂ ਬਾਕੀ ਹਜੇ 3 ਪਏ ਤਾਂ ਕਿੰਨੇ ਬਣਨਗੇ, ਉਹ ਇੱਕ ਵੀਡੀਓ 'ਚ ਹੀ ਹੋ ਜਾਊਗਾ, ਕਿਉਂਕਿ ਨਾਈਟ੍ਰੋਜਨ ਫਿਕਸੇਸ਼ਨ ਹੀ ਆ ਜਿਹੜਾ ਡਿਟੇਲ 'ਚ ਸੀਗਾ, ਜ਼ਿਆਦਾ ਲੈਂਥੀ ਸੀ ਥੋੜ੍ਹਾ ਜਿਹਾ। ਜਿਹੜਾ ਬਾਕੀ 3 ਹੈਗਾ ਉਹ ਤਾਂ ਬਹੁਤ ਛੋਟੇ ਛੋਟੇ ਹੈਗੇ, ਉਹ ਆਪਾਂ ਨੈਕਸਟ ਟੋਪਿਕ 'ਚ ਕਵਰ ਕਰ ਲਾਂਗੇ। ਹੋਪਫੁਲੀ ਤੁਹਾਨੂੰ ਸਮਝ ਲੱਗ ਗਿਆ ਹੋਊਗਾ, ਮੈਂ ਆਪਣਾ ਬੈਸਟ ਦਿੱਤਾ ਹੈਗਾ। ਜੇ ਨਹੀਂ ਵੀ ਸਮਝ ਲੱਗਿਆ ਤਾਂ ਮੈਨੂੰ ਦੱਸ ਦਿਓ, ਮੈਂ ਤੁਹਾਨੂੰ ਡਾਊਟ ਕਲੀਅਰ ਕਰ ਦੂੰਗਾ। ਜੇ ਬਿਲਕੁਲ ਹੀ ਨਹੀਂ ਸਮਝ ਲੱਗਿਆ, ਹੋਪ ਵੈਸੇ ਤਾਂ ਮੈਨੂੰ ਲੱਗਿਆ ਲੱਗ ਗਿਆ ਉਹ ਸਮਝ, ਫਿਰ ਵੀ ਨਹੀਂ ਲੱਗਿਆ ਤਾਂ ਮੈਨੂੰ ਦੱਸ ਦਿਓ, ਮੈਂ ਦੁਬਾਰਾ ਸਮਝਾ ਦੂੰਗਾ ਸਰ। ਓਕੇ, ਥੈਂਕ ਯੂ।